छोड़ पर बलिदान जीवन सुपन समान जीवन सुपन समान जीवन ऐसा सुपने जैसा सुपने जैसा सुपने जैसा
सुख
मरन न मूरत पुछिया पुछी थित ना वार पुछी थित ना वार मरन न मूरत पुछिया पुछी थित ना वार पुछी थित ना वार पुछी थित ना वार पुछी थित ना वार मरन न मूरत पुछिया पुछी थित ना वार पुछी थित ना वार इक नीलते इक लद चले इक नीलते इक लद चले इक नी बड़े भार इतनी बड़े भार पुछी थित ना वार पुछी थित ना वार मरन न मूरत पुछिया पुछी थित ना वार पुछी थित ना वार मरन न मूरत पुछिया पुछी थित ना वार पुछी थित ना वार इक ना होई शाखती इक ना होई शाखती इक ना होई सार इक ना होई शार लश्कर सने दमामिया लश्कर सने दमामिया छुटे बंक द्वार छुटे बंक द्वार पुछी थित ना वार
ਪੁੱਛੀ ਥਿਤ ਨਾਵਾ ਪੁੱਛੀ ਥਿਤ ਨਾਵਾ नानक तेरी शार की नानक तेरी नानक नानक शार की जलती पीत पवन का थंबा रक्त बूंद का गारा हाड मास नाड़ी को पिंजर पंखी बसे बिचारा नानक ढेरी शार की नानक नानक ढेरी शार की पी फिर हो सा सतनाम वाहिगुरु सतनाम सतनाम वाहिगुरु सतनाम वाहिगुरु 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 सतनाम सतनाम वाहिगुरु सतनाम वाहिगुरु सतनाम वाहिगुरु सतनाम वाहिगुरु सतनाम वाहिगुरु 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 नानक ठहरी शार की नानक तेरी नानक तेरी शार की पी फिर होई शार पुछी थित नावा पुछी थित नावा मरण न मूरत पुछिया पुछी थित नावा पुछी थित नावा मरण न मूरत पुछ
ਮਰਨ ਨਾ ਮੂਰਤ ਪੁੱਛਿਆ, ਪੁੱਛੀ ਥਿਤ ਨਾ ਬਾਰ। ਇੱਕ ਨੀ ਲੱਦਿਆ ਇੱਕ ਲੱਦ ਚੱਲੇ, ਇੱਕ ਨੀ ਬੱਧੇ ਪਾਰ। ਮੌਤ ਆਉਣ ਦੇ ਸਮੇਂ ਕੋਈ ਮਹੂਰਤ ਨਹੀਂ ਹੈ। ਜਿਸ ਦਿਨ ਮਿਟਣਾ ਹੈ, ਕੋਈ ਥਿਤ ਨਹੀਂ ਚੁਣੀ ਜਾਣੀ ਹੈ ਕਿ ਮਨੁੱਖ ਇਸ ਥਿਤ ਨੂੰ ਮੰਨਦਾ ਸੀ, ਕਿ ਮਨੁੱਖ ਇਸ ਵਾਰ ਦੇ ਨਾਲ ਪਿਆਰ ਕਰਦਾ ਸੀ। ਕਿਉਂਕਿ ਮਨੁੱਖ ਦਾ ਜ਼ਿਆਦਾ ਸਮਾਂ ਵਾਰਾਂ ਵਿੱਚ ਗੁਜ਼ਰ ਰਿਹਾ ਹੈ, ਥਿੱਤਾਂ ਵਿੱਚ ਗੁਜ਼ਰ ਰਿਹਾ ਹੈ। ਜ਼ਿਆਦਾ ਸਮਾਂ ਸਾਡਾ ਇਸ ਤਰ੍ਹਾਂ ਬਤੀਤ ਹੋ ਰਿਹਾ ਹੈ। ਦੇਖੋ, ਗੁਰਬਾਣੀ ਨੇ ਮਨੁੱਖ ਨੂੰ ਬਾਰ-ਬਾਰ ਸੁਚੇਤ ਕੀਤਾ ਹੈ, ਸਮਝਾਇਆ ਹੈ ਕਿ ਹਵਾ ਆਏਗੀ ਤੇ ਪਤੰਗ ਉੱਡਣੀ ਹੈ। ਬੱਚੇ ਜ਼ਮੀਨ ਤੇ ਉਹ ਲਾਟੂ ਘਮਾਉਂਦੇ ਨੇ ਪੰਬੀਰੀ, ਉਹਨੂੰ ਰੱਸੀ ਦੀ ਖਿੱਚ ਦਿੱਤੀ ਜਾਏਗੀ ਤੇ ਉਹ ਘੁੰਮਣਾ ਹੈ। ਸੁਨਿਆਰੇ ਨੂੰ ਪਤਾ ਹੈ ਕਿ ਇਸ ਸੋਨੇ ਵਿੱਚ ਖੋਟ ਕਿੰਨੀ ਹੈ ਤੇ ਖਰਾ ਕਿੰਨਾ ਹੈ। ਮਨ ਜੇ ਦੁਰਮਤ ਵਾਲੀ ਸੰਗਤ ਕਰੇਗਾ ਤੇ ਮਨ ਤੇ ਕਾਲਖ ਲੱਗੇਗੀ, ਜੇ ਚੰਗੀ ਸੰਗਤ ਕਰੇਗਾ ਤੇ ਕਾਲਖ ਧੁੱਪ ਜਾਏਗੀ। ਦੇਖੋ, ਮਿਟਣਾ ਲਾਜ਼ਮੀ ਹੈ, ਮਰਨਾ ਪੱਕਾ ਹੈ। ਇੱਥੇ ਬੰਦਾ ਇਹ ਨਹੀਂ ਸੋਚ ਸਕਦਾ, ਇੱਥੇ ਹੀ ਹੋ ਸਕਦਾ ਹੈ ਮਾਇਆ ਮਿਲੇ ਚਾਹੇ ਨਾ ਮਿਲੇ। ਮਿਲ ਵੀ ਸਕਦੀ, ਨਹੀਂ ਵੀ ਮਿਲ ਸਕਦੀ ਹੈ। ਹੋ ਸਕਦਾ ਹੈ ਬੇਅੰਤ ਢੇਰ ਲੱਗ ਜਾਣ ਮਾਇਆ ਦੇ, ਤੇ ਇਹ ਵੀ ਗੱਲ ਹੋ ਸਕਦੀ ਮਸਾਂ ਕਈ ਕੋਟ ਘਾਲੇ ਥੱਕ ਪਾਏ। ਕਈ ਘਾਲਣਾ ਹੀ ਘਾਲ ਜਾਂਦੇ ਨੇ, ਘਰ ਦਾ ਮਸਾਂ ਗੁਜ਼ਾਰਾ ਹੋ ਰਿਹਾ ਹੈ। ਪਰ ਗੁਰੂ ਸਾਹਿਬ ਕਹਿੰਦੇ ਕਈ ਕੋਟ ਬੈਠਤ, ਕਈ ਬੈਠੇ ਹੀ ਖਾਈ ਜਾ ਰਹੇ ਨੇ। ਮਾਇਆ ਇਤਨੀ ਹੈ ਕਿ ਹੋ ਸਕਦਾ ਹੈ ਮਾਇਆ ਮਿਲੇ ਚਾਹੇ ਨਾ ਮਿਲੇ। ਹੋ ਸਕਦਾ ਹੈ ਸੰਜੋਗ ਬਨ ਪਤਨੀ ਪਤੀ ਮਿਲੇ ਚਾਹੇ ਨਾ ਮਿਲੇ। ਇਹ ਹੋ ਵੀ ਸਕਦਾ ਹੈ ਬਾਲ ਬੱਚੇ ਮਿਲ ਵੀ ਸਕਦੇ ਆ, ਨਹੀਂ ਵੀ ਮਿਲ ਸਕਦੇ ਨੇ। ਪਰ ਮਨੁੱਖ ਇਹ ਗੱਲ ਨਹੀਂ ਕਹਿ ਸਕਦਾ ਕਿ ਮੌਤ ਮਿਲੇ ਚਾਹੇ ਨਾ ਮਿਲੇ। ਇੱਥੇ ਇੱਕ ਪ੍ਰਸ਼ਨ ਤੇ ਟਿਕ ਜਾਵਾਂਗੇ ਤੇ ਨਾਲ ਹੀ ਉੱਤਰ ਮਿਲ ਜਾਏਗਾ। ਜਨਮੰ ਤਾਂ ਮਰਨੰ, ਇੱਥੇ ਜਨਮ ਮਿਲਿਆ, ਇੱਕ ਦਿਨ ਸਾਨੂੰ ਲਾਜ਼ਮੀ ਮਿਟਣਾ ਪਏਗਾ। ਫਰਕ ਇਤਨਾ ਹੈ ਕਿ ਹਰੀ ਨਾਹੀ ਨਹਿ ਡੱਡਰੀ, ਪੱਕੀ ਵੱਢਣ ਹਾਰ। ਫਰਕ ਇਤਨਾ ਹੈ ਕਿ ਫਸਲ ਮਾਲਕ ਦੀ ਉਹ ਕੱਚੀ ਵੱਢ ਲਵੇ, ਉਹ ਡੱਡਰੀ ਵੱਢ ਲਵੇ, ਉਹ ਪਕਾ ਕੇ ਵੱਢ ਲਵੇ। ਕਿਉਂ ਕਿਸਾਨ ਆਪ ਹੈ ਨਾ, ਮਾਲਕ ਆਪ ਹੈ। ਤੇ ਜਿਹੜਾ ਕਿਸਾਨ ਖੇਤੀ ਨੂੰ ਬੋਂਦਾ ਹੈ, ਉਹਨੂੰ ਬੀਜਦਾ ਹੈ, ਜੇ ਉਹ ਕੱਚੀ ਵੱਢ ਰਿਹਾ ਤੇ ਇੱਕ ਰਾਈ ਪੁੱਛਦਾ ਭਾਈ ਫਸਲ ਪੱਕ ਤੇ ਲੈਣ ਦੇ, ਉਹਦਾ ਜਵਾਬ ਹੋਏਗਾ ਮਾਲਕ ਮੈਂ ਹਾਂ, ਮਾਲਕ ਤੂੰ ਨਹੀਂ। ਧੰਨ ਗੁਰੂ ਤੀਸਰੇ ਪਾਤਸ਼ਾਹ ਦੇ ਬੜੇ ਪਿਆਰੇ ਬਚਨ ਨੇ, ਬੜੇ ਸੋਹਣੇ ਬਚਨ ਉਹਨਾਂ ਨੇ ਕੀਤੇ ਮਲਾਰ ਰਾਗ ਦੇ ਅੰਦਰ। ਗੁਰੂ ਸਾਹਿਬ ਕਹਿੰਦੇ ਤੂੰ ਇਹ ਨਾ ਸਮਝੀ ਕਿ ਕੋਈ ਮਿਲਿਆ ਸੀ, ਮਿਲ ਕੇ ਵਿਛੜ ਗਿਆ, ਕਿਸੇ ਨਾਲ ਰੋਸ ਕਰੇਗਾ। ਕਹਿੰਦੇ ਰੋਸ ਕਰਨ ਦਾ ਵੀ ਕੋਈ ਲਾਹਾ ਨਹੀਂ। ਕਹਿੰਦੇ ਇੱਥੇ ਤੇ ਜੋ ਪੈਦਾ ਹੋਇਆ ਮਿਟਣਾ ਹੈ। ਗੁਰੂ ਸਾਹਿਬ ਨੇ ਬੜੇ ਪਿਆਰੇ ਬਚਨ ਕਹਿੰਦੇ ਕਿਉਂਕਿ ਮਨੁੱਖ ਜ਼ਿਆਦਾਤਰ ਇਸ ਸਰੀਰ ਤੇ ਵੀ ਆਪਣੀ ਮੋਹਰ ਲਾ ਕੇ ਬੈਠਾ। ਮੈਂ ਮਾਫੀ ਮੰਗਦਾ, ਮਾਲਕ ਘਰ ਵੀ ਦੇ ਦਿੰਦਾ ਨੇ, ਉਹਦੇ ਤੇ ਵੀ ਜਾਤ ਲਿਖੀ ਹੁੰਦੀ ਹੈ, ਖਿਮਾ ਕਰੇ। ਤੇ ਗੱਡੀ ਵੀ ਦੇ ਦਵੇ ਨਾ, ਉਹਦੇ ਤੇ ਵੀ ਅਸੀਂ ਆਪਣੀ ਹਉਮੈ ਛੱਡੀ ਜ਼ਰੂਰ ਹੁੰਦੀ ਹੈ। ਕਦੀ ਦੇਖਿਓ 4-5 ਸਾਲ ਵਾਸਤੇ ਕੋਈ ਪ੍ਰਧਾਨਗੀ ਵੀ ਮਿਲ ਜੇ, ਕੁਛ ਮਿਲ ਜੇ, ਉਹਦੇ ਤੇ ਵੀ ਮੈਂ ਦੀ ਮੋਹਰ ਹੈ, ਮੈਂ ਹਾਂ। ਤੇ ਜਦੋਂ ਤੱਕ ਮੈਂ ਮੇਰੇ 'ਚ ਰਹੇਗੀ
ਤੇ ਮਿਟਣਾ ਮਨੁੱਖ ਨੂੰ ਕਦੀ ਵੀ ਨਹੀਂ ਚੇਤੇ ਆਏਗਾ। ਤੇ ਜਿਸ ਦਿਨ ਮੈਂ ਮੁੱਕ ਗਈ ਤੇ ਸਭ ਤੋਂ ਪਹਿਲਾਂ ਮਿਟਣਾ ਚੇਤੇ ਆਏਗਾ। ਹੁਣ ਮੈਂ ਨਹੀਂ ਨਾ ਮੁੱਕ ਰਹੀ, ਤੇ ਜਦੋਂ ਮੈਂ ਹੀ ਨਹੀਂ ਮੁੱਕਣੀ ਹੈ ਤੇ ਫਿਰ ਮੌਤ ਕਿਸ ਤਰ੍ਹਾਂ ਚੇਤੇ? ਦੇਖੋ, ਮੌਤ ਮਿਟ ਜਾਣਾ ਹੈ। ਇੱਥੇ ਮੈਂ ਛੋਟਾ ਜਿਹਾ ਇੱਕ ਜ਼ਿਕਰ ਕਰਾਂ। ਮੌਤ ਆਤਮਾ ਦੀ ਨਹੀਂ। ਅੱਜ ਮਾਂ ਵਿਛੜੀ ਹੈ, ਸਰੀਰ ਕਰਕੇ ਮਿਟਣਾ ਹੈ ਤੇ ਮਨ ਕਰਕੇ ਮਰਨਾ ਹੈ, ਪਰ ਮਨ ਕਰਕੇ ਮਰਿਆ ਨਹੀਂ ਜਾ ਰਿਹਾ ਹੈ। ਕਿਉਂਕਿ ਹੁਣ ਮਨ ਕਰਕੇ ਜਿਸ ਦਿਨ ਮਰ ਗਏ ਉਸ ਦਿਨ ਕਿਰਾਏ ਦੇ ਮਕਾਨ ਦੀ ਲੋੜ ਨਹੀਂ। ਜੇ ਸਾਡਾ ਮਨ ਹੀ ਨਾ ਮਰਿਆ ਤੇ ਫਿਰ ਅੱਜ ਇੱਕ ਸਰੀਰ ਹੈ, ਅਗਲਾ ਸਰੀਰ ਫਿਰ ਧਾਰਨ ਕਰਨਾ ਪਏਗਾ। ਗੁਰੂ ਸਾਹਿਬ ਕਹਿੰਦੇ ਨਾ, ਜੰਮ ਜੰਮ ਮਰੈ, ਮਰੈ ਫਿਰ ਜੰਮੈ। ਇਹਦੇ ਤੋਂ ਭਾਵ ਇੱਥੇ ਇੱਕ ਵਾਰੀ ਨਹੀਂ ਆਏ, ਇੱਥੇ ਕਈ ਵਾਰ ਮਾਂ ਮਿਲੀ ਹੈ ਤੇ ਕਈ ਵਾਰ ਵਿਛੜ ਚੁੱਕੀ ਹੈ। ਇੱਥੇ ਕਈ ਵਾਰ ਮਹਿਲ ਮਾੜੀਆਂ ਮਿਲੀਆਂ ਨੇ, ਕਈ ਵਾਰ ਜਾ ਚੁੱਕੀਆਂ। ਜੇ ਤੁਸੀਂ ਸੁਖਮਨੀ ਸਾਹਿਬ ਪੜ੍ਹਦੇ ਹੋਵੋਗੇ, ਜੇ ਤੁਹਾਡਾ ਨਿਤਨੇਮ ਹੋਏਗਾ, ਖਿਮਾ ਕਰਿਓ, ਪਹਿਲਾਂ ਤਾਂ ਸਾਡਾ ਨਿਤਨੇਮ ਹੀ ਨਹੀਂ ਰਹਿ ਗਿਆ। ਹੁਣ ਉਹਦੇ ਵਿੱਚੋਂ ਤੇ ਕੁਝ ਬਾਣੀਆਂ ਤਾਂ ਅਸੀਂ ਵੈਸੇ ਹੀ ਛਾਂਟ ਦਿੱਤੀਆਂ ਨੇ, ਪੜ੍ਹੋ ਹੀ ਨਾ। ਮੈਂ ਤਿਲਕ ਭਾਵੇਂ ਇੱਥੇ ਹਾਂ ਭਾਵੇਂ ਪ੍ਰਦੇਸ਼ ਹਾਂ, ਮੈਨੂੰ ਵੀ ਰੋਕ ਲਾ ਦਿੱਤੀ ਜਾਂਦੀ। ਉਹ ਮੈਨੂੰ ਕਾਫੀ ਆਖਣਗੇ, 10ਵੇਂ ਪਾਤਸ਼ਾਹ ਦੀ ਬਾਣੀ ਦਾ ਨਾਮ ਹੀ ਨਾ ਲਓ ਤੁਸੀਂ। ਪਰ ਮੈਂ ਤੇ ਹਰ ਸਟੇਜ ਤੇ ਕਹਿਣਾ, ਜਪ ਹੈ ਤੇ ਜਾਪ ਹੈ, ਜਾਪ ਹੈ ਤੇ ਵਿਰਾਗ ਹੈ, ਵਿਰਾਗ ਹੈ ਤੇ ਅਰਦਾਸ ਹੈ, ਅਰਦਾਸ ਹੈ ਤੇ ਮਨ ਨੂੰ ਆਨੰਦ ਹੈ। ਜੇ ਤੁਹਾਡਾ ਜਪ ਹੀ ਨਾ ਚੱਲਿਆ ਤੇ ਜਾਪ ਕਿੱਦਾਂ, ਪਹਿਚਾਣ ਕਿੱਦਾਂ ਬਣੇਗੀ? ਹੁਣ ਬੱਚਾ ਜਨਮ ਲਵੇ ਤੇ ਜਨਮ ਲੈਂਦੇ ਹੀ ਥੋੜਾ ਉਹਨੂੰ ਪਤਾ ਹੈ ਕਿ ਆ ਮੇਰੀ ਮਾਂ ਹੈ, ਆ ਮੇਰਾ ਪਿਤਾ ਹੈ। ਉਹਨੂੰ ਪਹਿਚਾਣ ਦਿੱਤੀ ਜਾਂਦੀ ਹੈ ਨਾ। ਉਹਨੂੰ ਸਾਰੀ ਜ਼ਿੰਦਗੀ ਤੁਸੀਂ ਬਾਹਰ ਦੀ ਪਹਿਚਾਣ ਕਰਾਉਂਦੇ ਰਹੋ, ਉਹਨੇ ਬਾਹਰ ਦੀ ਸਮਝ ਜਾਣੀ। ਪਹਿਚਾਣ ਹੈ, ਜਪ ਕੀ ਹੈ? ਪਰਮਾਤਮਾ ਹੈ, ਉਹਦੇ ਨਾਮ ਪ੍ਰਤੀ ਜਾਗਰਤੀ ਹੈ। ਜਾਪ ਕੀ ਹੈ? ਉਹਨੂੰ ਨਮਸਕਾਰ ਹੈ। ਜਿਸ ਦਿਨ ਮਾਂ ਦੀ ਸਮਝ ਆ ਜਾਂਦੀ, ਬੱਚਾ ਮਾਂ ਨੂੰ ਨਮਸਕਾਰ ਕਰਦਾ ਹੈ ਨਾ। ਪਹਿਲਾਂ ਨਹੀਂ ਨਾ ਕਰਦਾ, ਪਹਿਲਾਂ ਪਤਾ ਹੀ ਨਹੀਂ ਉਹਨੂੰ ਮਾਂ ਹੈ ਕਿ ਚਾਚੀ ਹੈ ਕਿ ਤਾਇਆ ਕੌਣ ਹੈ, ਪਤਾ ਹੀ ਕੋਈ ਨਹੀਂ, ਨੌਲੇਜ ਨਹੀਂ ਹੈ। ਜਿਸ ਦਿਨ ਸਮਝ ਆ ਗਈ ਕਿਹਦੀ? ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰ ਪ੍ਰਸਾਦ। ਜਿਸ ਦਿਨ ਸਮਝ ਆ ਗਈ ਉਸ ਦਿਨ ਸਭ ਤੋਂ ਪਹਿਲਾਂ ਸਾਡੀ ਨਮਸਕਾਰ ਹੋਏਗੀ। ਤੇ ਨਮਸਕਾਰ ਕਿੱਦਾਂ ਹੋਏਗੀ? ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ। ਕਿ ਪ੍ਰਮਾਤਮਾ ਇਹ ਜਿਤਨਾ ਸੰਸਾਰ ਹੈ ਇਹ ਕੀ ਹੈ? ਦੋ ਕਾਲੰ ਪ੍ਰਨਾਸੀ ਦਿਆਲੰ। ਦੋ ਕਾਲ, ਇੱਕ ਕਾਲ ਹੈ ਇੱਕ ਅਕਾਲ ਹੈ। ਤੇ ਕਾਲ ਕੀ ਹੈ? ਜਿਹੜਾ ਅੱਜ ਸਾਡੀ ਮਾਂ ਸਾਥੋਂ ਦੂਰ ਲੈ ਗਿਆ। ਸਮਾਂ ਹੀ ਬਣਾਉਂਦਾ ਵੈ ਤੇ ਸਮਾਂ ਹੀ ਇੱਕ ਦਿਨ ਨਾਸ ਕਰਕੇ ਰੱਖ ਦਿੰਦਾ ਹੈ। ਸਮੇਂ ਅੰਦਰ ਮਾਂ ਮਿਲੀ, ਸਮੇਂ ਨੇ ਵਿਛੋੜਾ ਦੇ ਦਿੱਤਾ। ਸਮੇਂ ਅੰਦਰ ਹੀ ਮਾਇਆ ਮਿਲੀ, ਸਮੇਂ ਨੇ ਵਿਛੋੜਾ ਦੇ ਦਿੱਤਾ। ਤੇ ਤੁਸੀਂ ਰੋਜ਼ ਪੜ੍ਹਦੇ ਜੇ, ਗੁਰੂ ਸਾਹਿਬ ਕਹਿੰਦੇ ਯਾਦ ਰੱਖਿਓ, ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਇੱਕ ਇੱਕ ਅੰਗ, ਥੋੜੀ ਜਮਕੀ ਫਿਰ ਕਾਰ। ਬਾਣੀ ਵਿੱਚ ਜਦੋਂ ਪੜ੍ਹਨੀ ਹੈ ਨਾ, ਥੋੜਾ ਸੰਥਿਆ ਦੇ ਨਾਲ। ਇਹ ਨਹੀਂ ਕਿ ਜੋ ਜਿੱਥੇ ਮਰਜ਼ੀ ਚਿੱਤ ਕੀਤਾ ਉੱਥੇ ਹੀ ਔਂਕੜ ਲਾ ਦਿੱਤੀ, ਜਿੱਥੇ ਚਿੱਤ ਕੀਤਾ ਉੱਥੇ ਸਿਹਾਰੀ ਦੀ ਮਾਤਰਾ ਲਾ ਦਿੱਤੀ। ਨਹੀਂ, ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ 311 ਬਿੰਦੀਆਂ ਨੇ ਤੇ 1188 ਅੱਖਰ ਪੈਰਾਂ 'ਚ ਨੇ। ਮੇਰੀ ਆਪਣੀ ਨੌਲੇਜ ਹੈ, ਤੁਹਾਡੇ ਮੁਤਾਬਕ ਵੱਧ ਘੱਟ ਵੀ ਸਕਦਾ, ਮੇਰੀ ਆਪਣੀ ਨੌਲੇਜ ਮੁਤਾਬਕ। ਪਰ ਧਿਆਨ ਨਾਲ, ਗੁਰੂ ਸਾਹਿਬ ਦੇ ਅੰਗ ਨੇ। ਦੇਖੋ, ਜਿਉਂਦਿਆਂ ਵੀ ਸਹਾਰਾ ਗੁਰਬਾਣੀ, ਤੇ ਜਦੋਂ ਸੰਸਾਰ ਤੋਂ ਜਾਣਾ ਆਤਮਾ ਦੇ ਟਿਕਾਣੇ ਵਾਸਤੇ ਵੀ ਸਹਾਰਾ ਗੁਰਬਾਣੀ। ਸਾਡੇ ਸਤਿਗੁਰੂ ਨੇ ਕੀ ਕਿਹਾ? ਕਹਿੰਦੇ ਇੱਥੇ ਇੱਕ ਵਾਰੀ ਖੇਡ ਨਹੀਂ ਬਣੀ, ਇੱਥੇ ਮਿਟਣਾ ਇੱਕ ਦਿਨ। ਤੇ ਤਨ ਦਾ ਮਿਟ ਜਾਣਾ ਮੌਤ ਨਹੀਂ ਹੈ। ਅਸੀਂ ਜ਼ਿਆਦਾਤਰ ਭੁਲੇਖੇ 'ਚ ਹਾਂ ਕਿ ਤਨ ਦਾ ਮਿਟ ਜਾਣਾ ਮੌਤ ਹੈ। ਨਹੀਂ, ਮਨ ਦਾ ਮਿਟ ਜਾਣਾ ਮੌਤ ਹੈ। ਤਨ ਦਾ ਮਿਟ ਜਾਣਾ ਸਫ਼ਰ ਦੀ ਯਾਤਰਾ ਸਮਾਪਤ ਹੈ। ਅਗਲਾ ਸਾਧਨ ਫਿਰ ਧਾਰਨ ਕਰਨਾ ਪਏਗਾ। ਭਗਤ ਲੋਚਨ ਸਾਹਿਬ ਦੇ ਬਚਨ ਮੈਂ ਆਪ ਜੀ ਦੇ ਸਨਮੁਖ ਰੱਖਾਂ। ਭਗਤ ਸਾਹਿਬ ਕਹਿੰਦੇ, ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰ। ਮਰਾਠੀ ਬੋਲਣੇ। ਸਰਪ ਜੌਨ, ਸਭ ਤੋਂ ਲੰਮੇਰੀ ਉਮਰ ਹੁੰਦੀ ਹੈ ਸੱਪ ਦੀ, ਕਿਉਂਕਿ ਗੁਰੂ ਸਾਹਿਬ ਨੇ ਕਿਹਾ ਨਾ, ਸਰਪ ਜੈਸੇ ਆਰਜ਼ਾਰੀ। ਸੱਪ ਦੀ ਜਿਹੜੀ ਆਰਜੂ ਬਹੁਤ ਲੰਬੀ। ਅੱਜ ਵੀ ਮਲੇਸ਼ੀਆ ਦੇ ਜੰਗਲਾਂ ਵਿੱਚ ਤੁਹਾਨੂੰ ਹਜ਼ਾਰਾਂ ਸਾਲ ਬੈਠੇ ਹੋਏ ਸੱਪ ਮਿਲ ਜਾਣਗੇ, ਜਿਨ੍ਹਾਂ ਦੀ ਲੰਬਾਈ ਵੀ ਕਾਫੀ ਹੈ। 6-6 ਫੰਨਾਂ ਵੀ ਜਿਨ੍ਹਾਂ ਦੀਆਂ ਹੋ ਚੁੱਕੀਆਂ ਨੇ।
ਬਹੁਤ ਲੰਮੇਰੀ ਉਮਰ ਹੈ। ਤਾਦੀ ਭਾਈ ਗੁਰਦਾਸ ਸਾਹਿਬ ਨੇ ਵੀ ਕਿਹਾ, ਜੇ ਬੰਦਾ ਇਹ ਸੋਚੇ ਕਿ ਮੈਂ ਵੱਡੀ ਆਰਜਾ ਕਰਕੇ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਵਾਂ, ਤੇ ਭਾਈ ਸਾਹਿਬ ਕਹਿੰਦੇ ਇਸ ਤਰੀਕੇ ਨਾਲ ਵੀ ਪ੍ਰਮਾਤਮਾ ਨਹੀਂ ਮਿਲਦਾ। ਸੱਪ ਦੀ ਸਭ ਤੋਂ ਲੰਬੀ ਉਮਰ ਹੈ, ਅਜੇ ਤੱਕ ਸੱਪ ਮੁਕਤ ਨਹੀਂ ਹੋਇਆ। ਹੁਣ ਬੰਦਾ ਇਹ ਸੋਚੇ ਕਿ ਇਸ ਸਰੀਰ ਵਿੱਚ ਰਹਿ ਕੇ ਮੈਂ ਪੁੱਠੇ ਲਟਕਿਆਂ ਰੱਬ ਨੂੰ ਪਾ ਲਵਾਂ, ਗੁਰਬਾਣੀ ਨਹੀਂ ਮੰਨਦੀ। ਭਾਈ ਸਾਹਿਬ ਕਹਿੰਦੇ ਸਿਰ ਤਲਵਾਇਆ ਜੇ ਪਾਈਐ ਚਮਗਿੱਦੜ ਜੂਹੇ। ਕਹਿੰਦੇ ਜੇ ਪਰਮਾਤਮਾ ਪੁੱਠੇ ਲਟਕਿਆਂ ਮਿਲਦਾ ਨਾ, ਤੇ ਚਮਗਿੱਦੜ ਲਟਕਦਾ ਹੀ ਪੁੱਠਾ ਵੈ, ਅਜੇ ਤੱਕ ਚਮਗਿੱਦੜ ਕਿਉਂ ਨਹੀਂ ਮੁਕਤ ਹੋਇਆ। ਮੜੀ ਮਸਾਣੀ ਜੇ ਪਾਈਐ ਵਿੱਚ ਖੁੱਡਾਂ ਚੂਹੇ। ਜੇ ਪਰਮਾਤਮਾ ਮੜੀਆਂ ਵਿੱਚ ਬੈਠਿਆਂ ਮਿਲ ਜਾਂਦਾ ਤੇ ਬੰਦਾ ਸੋਚੇ ਕਿ ਮੈਂ ਮੁਕਤੀ ਦੀ ਪ੍ਰਾਪਤੀ ਕਰਾਂ, ਭਾਈ ਸਾਹਿਬ ਕਹਿੰਦੇ ਚੂਹਾ ਰਹਿੰਦਾ ਹੀ ਮੜੀਆਂ ਦੇ ਵਿੱਚ ਤੇ ਖੁੱਡਾਂ ਪੁੱਟਦਾ ਵੀ ਉੱਥੇ। ਤੇ ਤੁਸੀਂ ਰੋਜ਼ ਪੜ੍ਹਦੇ ਜੇ ਨਾ ਬਾਣੀ, ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਬੰਦਾ ਇਸ ਤਰੀਕੇ ਦੇ ਵੀ ਜ਼ਿਕਰ ਹੈ। ਗੁਰਬਾਣੀ ਨੇ ਇਸ ਨੌਲੇਜ ਪ੍ਰਤੀ ਵੀ ਸਾਨੂੰ ਜੋੜਿਆ। ਚੁੱਪੈ ਚੁੱਪ ਨਾ ਹੋਵੀ ਜੇ ਲਾਏ ਰਹਾਂ ਲਿਵਤਾਰ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ। ਸਰੀਰ ਦਾ ਮਿਟਣਾ ਮੌਤ ਨਹੀਂ, ਇਹ ਸਾਧਨ ਹੈ। ਤੇ ਸਾਧਨ ਅੱਜ ਨਹੀਂ ਤੇ ਕੱਲ ਇਹਨੇ ਖਤਮ ਹੋਣਾ। ਖਤਮ ਤੋਂ ਬਾਅਦ ਸਾਨੂੰ ਅਗਲਾ ਸਾਧਨ ਫੇਰ ਪ੍ਰਾਪਤ ਹੋਣਾ। ਇਸ ਕਰਕੇ ਭਗਤ ਸਾਹਿਬ ਕਹਿੰਦੇ ਅਰੀ ਬਾਈ ਰੁਕ ਜਾਣਾ, ਅਰਧ ਵਿਸ਼ਰਾਮ ਹੈ। ਇੱਥੇ ਬਾਈ ਦਾ ਅਰਥ ਅਸੀਂ ਭਾਸ਼ਾ ਦੇ ਮੁਤਾਬਕ ਭੈਣ ਕਰਾਂਗੇ, ਕਿਉਂ ਬੋਲ ਬਦਲ ਗਏ ਨਾ ਤੇ ਭਾਸ਼ਾ ਵੀ ਬਦਲ ਗਈ। ਨਹੀਂ ਤੇ ਬਾਈ ਦਾ ਅਰਥ ਭਰਾ ਵੀ ਹੈ, ਤੇ ਬਾਈ ਦਾ ਅਰਥ ਗਿਣਤੀ ਵਿੱਚ 22 ਅੱਖਰ ਵੀ ਹੈ। ਪਰ ਇੱਥੇ ਅਸੀਂ 22 ਅਰਥ ਵਰਤਾਂਗੇ ਭੈਣ ਨੂੰ। ਭਗਤ ਸਾਹਿਬ ਕਹਿੰਦੇ ਅਰੀ ਬਾਈ ਕੀ ਕਰ, ਗੋਬਿੰਦ ਨਾਮ ਮਤ ਬਿਸਰੈ। ਕਹਿੰਦੇ ਮਤ ਚੋਂ ਪਰਮਾਤਮਾ ਦਾ ਨਾਮ ਨਾ ਵਿਸਾਰੀ। ਮਤ ਵਿੱਚ ਕੀ ਹੈ, ਮੈਂ ਪਹਿਲਾਂ ਜ਼ਿਕਰ ਕੀਤਾ, ਮੈਂ ਨੇ ਸਾਨੂੰ ਮਤ ਅੰਦਰ ਸਭ ਕੁਝ ਆਪਣਾ ਬਣਾ ਕੇ ਬੈਠ ਗਏ। ਸਰੀਰ ਤੇ ਵੀ ਆਪਣੀ ਮੋਹਰ ਲਾ ਕੇ ਬੈਠ ਗਏ ਆ। ਇਹ ਤੇ ਸਾਨੂੰ ਸਮਝ ਹੀ ਨਾ ਆਈ ਕਿ ਨਾਨਕ ਢੇਰੀ ਸ਼ਾਰ ਕੀ। ਤੂੰ ਤੇ ਮਿੱਟੀ ਦਾ ਕਲਬੂਤ ਹੈ, ਅੱਜ ਨਹੀਂ ਤੇ ਅਗਲੇ ਸੈਕਿੰਡ ਤੈਨੂੰ ਪਰਮਾਤਮਾ ਨੇ ਫਿਰ ਮਿੱਟੀ ਵਿੱਚ ਲੈ ਜਾਣਾ। ਪਹਿਲੇ ਪਿਆਰ ਲੱਗਾ ਥਨ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ। ਇੱਥੇ ਵੀ ਜਈਏ ਦੀਆਂ ਮਾਤਰਾ ਪਿੱਛੇ ਇੱਕ ਰਿਕਾਰਡਿੰਗ ਕੀਤੀ ਸੀ ਮੈਂ, ਉਹਦੇ ਵਿੱਚ ਮੈਂ 29 ਆਵਾਜ਼ਾਂ ਦਸੀਆਂ ਨੇ ਜਈਏ ਦੀਆਂ, ਕਿ ਜਈਆ ਕਿਸ ਤਰ੍ਹਾਂ ਬੁਲਾਉਣਾ, ਮਗਰ ਅੱਖਰ ਲੱਗੇ ਨੇ, ਜਈਏ ਦਾ ਉਚਾਰਨ ਕਿੱਦਾਂ ਕਰਨਾ, ਉਹ ਤੁਸੀਂ ਸੁਣਿਓ। ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛਿਆ ਜਾਤ, ਸੱਤਵੇਂ ਸੰਝ ਕੀਆ ਕਰਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ, ਨੌਵੇਂ ਧੌਲੇ 83,99,997 ਜੂਨਾਂ ਦੇ ਕੇਸਾਂ 'ਚ ਰੱਤਾ ਵੀ ਤਬਦੀਲੀ ਨਹੀਂ। ਚਲੋ ਦੇਖੋ ਤੁਸੀਂ ਕਿੰਨੇ ਜਾਨਵਰ ਘਰਾਂ 'ਚ ਰੱਖੇ ਨੇ, ਡੰਗਰ ਪਸ਼ੂ ਰੱਖੇ ਹੈ ਨਾ, ਕਦੀ ਪ੍ਰੈਕਟੀਕਲ ਕਰਕੇ ਦੇਖਿਓ ਕਿਸੇ ਦੇ ਵਾਲ ਚਿੱਟੇ ਨਹੀਂ ਹੋ ਰਹੇ, ਕਿਹਦੇ ਕੇਸਾਂ 'ਚ ਤਬਦੀਲੀ ਹੈ। ਮਨੁੱਖ, ਇਸਤਰੀ ਤੇ ਕਿੰਨਰ ਭਾਵ ਖੁਸਰਾ, ਤਿੰਨ ਜੂਨਾਂ ਹੈ ਨਾ ਜਿਹੜੀਆਂ ਜਾਗੀਆਂ ਹੋਈਆਂ। ਵੈਸੇ ਤੇ ਅਸੀਂ ਅਰਧ ਚੇਤਨ ਸੁੱਤੇ ਆ ਤੇ ਅਰਧ ਚਿੰਤਨ ਜਾਗੇ ਆ। ਪਰਿਵਾਰ ਪ੍ਰਤੀ ਜਾਗ ਕੇ ਤੇ ਨਿਰੰਕਾਰ ਪ੍ਰਤੀ ਸੌਂ ਗਏ। ਭੋਜਨ ਪ੍ਰਤੀ ਜਾਗ ਗਏ। ਹੁਣ ਭੋਜਨ ਦੀ ਸੋਝੀ ਹੈ ਨਾ, ਹੁਣ ਪ੍ਰਸ਼ਾਦਾ ਛਕਣਾ, ਸਵੇਰੇ ਪ੍ਰਸ਼ਾਦਾ ਛਕਣਾ, ਰਾਤ ਪੈ ਗਈ ਭੋਜਨ ਛਕਣਾ, ਸੋਝੀ ਆ ਗਈ ਨਾ। ਸਤਿਗੁਰੂ ਕਹਿੰਦੇ ਨਾ ਮਾਇਆ ਮੋਹ ਸਗਲ ਜਗ ਛਾਇਆ, ਕਾਮਨ ਦੇ ਕਾਮ ਲੁਭਾਇਆ, ਸੁਤ ਕੰਚਨ ਸਿਉ ਹਿਤ ਵਧਾਇਆ, ਸਭ ਕਿਛ ਆਪਣਾ ਇੱਕ। ਹੁਣ ਸੋਝੀ ਕਾਹਦੀ ਆ ਗਈ? ਭੋਜਨ ਦੀ। ਤੇ ਵਿਸਰ ਕੀ ਗਿਆ? ਭਜਨ। ਭੋਜਨ ਦੀ ਸੋਝੀ ਹੈ ਕਿ ਸਵੇਰੇ ਪ੍ਰਸ਼ਾਦਾ ਛਕਣਾ, ਤੈਨੂੰ ਇਹ ਸੋਝੀ ਹੈ ਕਿ ਭੋਜਨ ਛਕਾਂਗਾ ਤੇ ਸਰੀਰ ਚੱਲੇਗਾ। ਮਨਾ ਯਾਦ ਰੱਖੀ, ਜੇ ਤੂੰ ਭਜਨ ਨਾ ਛਕਿਆ ਤੇ ਤੇਰੀ ਆਤਮਾ ਨੇ ਨਿਰਜਲ ਹੋ ਕੇ ਬੈਠ ਜਾਣਾ, ਤੇਰੀ ਆਤਮਾ ਨੂੰ ਆਲਸ ਪੈ ਜਾਣਾ। ਤੇ ਫਿਰ ਇਸ ਆਤਮਾ ਨੇ ਕਿੱਥੇ ਜਾਣਾ? ਅੰਤ ਨਬੇਰਾ ਤੇਰੇ ਜੀ। ਆਤਮਾ ਜਿਹੜੀ ਬੋਲ ਰਹੀ ਹੈ ਇਹ ਵੀ ਬਾ ਕਮਾਲ ਹੈ। ਕਬੀਰ ਸਾਹਿਬ ਨੇ ਕਮਾਲ ਕੀਤੀ। ਆਸਾ ਰਾਗ ਵਿੱਚ ਕਹਿੰਦੇ ਮਨੁੱਖ ਜਗ ਦਾ ਦੀਵਾ ਹੈ, ਜਗ ਦੇ ਦੀਵਾ ਐਵੇਂ ਨਹੀਂ ਜਗਿਆ। ਪਹਿਲਾਂ ਪਰਮਾਤਮਾ ਨੇ ਦੀਵਾ ਬਣਾਇਆ, ਫਿਰ ਦੀਵੇ ਵਿੱਚ ਉਸਨੇ ਤੇਲ ਰੱਖਿਆ, ਫਿਰ ਅੱਗ ਲਾਈ ਤੇ ਰੋਸ਼ਨੀ ਹੋ ਗਈ। ਆਸਾ ਰਾਗ ਦਾ ਸ਼ਬਦ ਹੈ। ਕਬੀਰ ਸਾਹਿਬ ਕਹਿੰਦੇ ਜਬ ਲਗ ਤੇਲ ਦੀਵੈ ਮੁਖ ਬਾਤੀ,
तब सुझै, झज्जा थोड़ा गली च, नहीं तो जज्जा दवेगा आवाज। तब सुझै सब कोई। हुण दीवा लिया, तुसी तीसरे पातशाह नूं पढ़िओ। रोज़ सवेरे अमृत वेले सानू एक गल यकीन करा के कराउंदे ने, कहंदे ए शरीरा मेरिया हर तुम मह जोत रखी तां तू। वो जोत ही ना रखेगा तो माँ बच्चे नूं जन्म जरूर देवेगी, पर जदों शरीर जन्म लैके धरती ते आएगा, डॉक्टर एक मोर लाउणगे, ये मर चुका है, मिट चुका है। जदों तक साडे अंदर सवासा रूपी, मैं पहला जिक्र किया ना, हवा आएगी तो पतंग उड़नी है। भाई साहब कहते ने, कहते पवन गवन जैसे गुडिया उड़त रहे, पवन रहत गुडी उड़ ना सकत है। बड़े सोहने बचन ने। डोरी की मरोर जैसे लटुआ फिरत रहें, ताहू हाहू मिटे गिर परे हों थकत हैं। कहते कंचन असुध ज्यों कुठारी ठहरात नाही। कहते वो गुड्डी उड़ेगी, पतंग बच्चे उड़ाउंदे ने, हवा होएगी तो उड़नी है। और डोरी की मरोर जैसे लटुआ, पहली गल तो खिमा करियो, मैं माफ़ी मंगदा। फिर अज भाई गुरदास साहब नूं भी विसार दिता। पहला जो संथ्या करी दी सी ना, सानू बाबा जी बड़े सियाणे ने बैठे ने इत्थे, बड़ी कृपा है गुरु साहब जी। जो संथ्या करी दी सी ना, पहला 5 पोथी पढ़ाउंदे सी, फिर 10 ग्रंथी पढ़ाउणी। मैं अपने फादर साहब तो संथ्या लई, तो वह भी संगली स्वरूप तो। फिर भाई गुरदास साहब दियां वारां कवितां पढ़ाउणियां, भाई नंद लाल जी की बाणी का ज्ञान कराउणा, सब कुछ चलिया गया। हुण नहीं कोई पढ़दा। भाई साहब नूं भी विसार दिता, भाई नंद लाल जी नूं भी विसार दिता, 10वें पातशाह की बाणी नूं भी दूर कर दिता। पर जरूरी है। भाई साहब कहते पतंग उन्ना चिर नहीं उड़नी है, पवन गवन जैसे गुडिया उड़त रहे। पवन हवा आएगी, बच्चियां नूं पुछिया ना पतंग किस तरह उड़ेगी, कहते हवा आएगी तो फिर पतंग उड़नी है। कहते डोरी की मरोर जैसे लटुआ फिरत रहे, वो लाटू घुमाउंदे ने धरती ते, डोरी नाल खिच मारदे ने, वो घुमदा है। भाई साहब कहते सुनियारा रखदा सोने नूं, उस अग दा सेक दिंदा, फूक मारदा, अग उहदे ते पैंदी है, फिर उहनूं पता लग जांदा ठहरात इहदे च शुद्ध किन्ना ते अशुद्ध किन्ना है। कहते इस तरह गुरु नूं पता लगदा साडी आत्मा दा पहरावा कुछ नहीं है। पहरावा तो ढेर लगा पिया दुकानां ते कपड़ियां दा, जिन्ने मर्जी पा लो, जिहड़ा मर्जी पहरावा धारण कर लो, लोग तुहानू उदां ही कहन लग पणगे। अज बाबा सारियां नू कही जाने आ, सानू ते पता ही नहीं बाबा कौन हुंदा है। पहला बब्बा ब्रह्म, दूजा बब्बा विचार। असल बाबा किहड़ा, जिन्हों ब्रह्म दी विचार हुंदी, असल बाबा हुंदा है। हुण संत भी सारे ने। संत कौन है? सस्सा संतोख, नन्ना निमरता, तत्ता त्याग। असल संत कौन है? जिदे कोल संतोख होए, जिदे कोल निमरता होए, परिवार विच रहिंदियां भी त्यागी होए। ते वो संत कौन सी? भगत कबीर साहब जी, भगत रविदास साहब जी, भगत सदना जी, भगत सूरदास जी। कौन सी? जिहड़ियां ने मन करके सस्सा संतोख नूं पकड़ लिया। 3 नन्ने वधाए सुखमनी साहब टिप्पी दी मात्रा पूरी करन वास्ते, नहीं तो नन्ने उत्ते टिप्पी नन्ने की आवाज़ लाजमी देगी व्याकरण के मुताबिक। इस करके गुरु साहब कहते हुण पवन गवन, कहते हवा तो बगैर पतंग नहीं उड़दी है। कहते याद रखी परमात्मा दीवा बनाउंदा है, भांडा बनाउंदा है, घाड़त घड़दा है, ते की रखदा है? इहदे विच तेल रूपी सवास रखदा है। फिर की हुंदा? तेल जले। हुण शरीर ने जिस दिन मुकना है, साडे अंदरों तेल ने खत्म होना, सवासा ने खत्म होना। बाती ठहरानी आवटी जीभ, इन्हें सुक जाना। सुन्ना मंदिर होई, कहते उस घर विच सुन पै जानी। हुण अगली पंक्ति देखियो, रे बौरे जमकी तुहें घरी ना रखे कोई। बौरे दर्थ झल्ला भी करांगे, पागल भी करांगे, शुदाई भी करांगे। बौरा संस्कृत शब्द है। कहते रे बौरे, घरी दा अर्थ इत्थे घर नहीं करना, भाषा के मुताबिक घरी दा अर्थ इत्थे समा करना है। कि याद रखी जिथे जिस घर विच तू आखदा सी कि मेरे तो समा ही नहीं है रह रस करन दा, मेरे को समा ही नहीं है कि मैं गुरु घर जाके प्रणाम होवां, समा नहीं है। गुरु साहब कबीर साहब कहते रे बौरे, 8 पैर ते बहुत दूर ने, 4 पैर ते बहुत दूर ने। जिस दिन सवासा रूपी तेरे अंदरों तेल मुक गया, हंस रूपी पंछी उड़ गया,
ਇੱਕ ਪੈਰ ਤੇ ਬਹੁਤ ਦੂਰ ਹੈ, ਤੈਨੂੰ ਕੁਝ ਸਮਾਂ ਵੀ ਕਿਸੇ ਨੇ ਘਰ 'ਚ ਨਹੀਂ ਰੱਖਣਾ। ਤੂੰ ਰਾਮ ਨਾਮ ਜਪ ਸੋਈ, ਤੂੰ ਉਸ ਰਾਮ ਦੇ ਨਾਮ ਦੀ ਬੰਦਗੀ ਕਰ ਲੈ, ਉਸ ਪਰਮਾਤਮਾ ਦੇ ਨਾਮ ਨੂੰ ਸਿਮਰ ਲੈ, ਕਿਉਂਕਿ ਨਾਨਕ ਢੇਰੀ ਸ਼ਾਰ ਕੀ। ਫਿਰ ਉੱਥੇ ਆ ਜਾਓ, 9ਵੇਂ ਧੌਲੇ ਉੱਬੇ ਸਾਹ, 10ਵੇਂ ਦੱਦਾ ਹੋਵਾ ਸਵਾਹ। ਜਿਸ ਦਿਨ 10ਵੇਂ ਤੇ ਚਲੇ ਗਏ ਅਸੀਂ ਸਵਾਹ ਹੋ ਜਾਣਾ। ਜਿੰਨਾ ਸਾਡਾ ਸੰਗੀਤ ਬਾਹਰ ਮੁਖੀ ਹੋ ਕੇ ਚੱਲ ਰਿਹਾ ਹੈ, ਜੋ ਅਸੀਂ ਦੇਖ ਰਹੇ ਹਾਂ, ਇਹ ਸਭ ਕੁਝ ਖਤਮ ਹੋ ਜਾਣਾ। ਸਰਵਨਨ ਬਿਕਲ ਭਏ ਸੰਗ ਤੇਰੇ, ਇੰਦਰੀ ਕਾਬਲ ਥਾਕਾ, ਚਰਨ ਰਹੇ ਕਰ ਟਰਕ ਪਰੇ ਹੈ, ਮੁਖ ਹੋ ਨਾ ਨਿਕਸੈ ਬਾਤਾ। ਤੂੰ ਮਿਟ ਜਾਣਾ। ਕਹਿੰਦੇ ਤੇ ਲੱਖ ਲਸ਼ਕਰ ਸਣੇ ਦਮਾਮਿਆਂ, ਕਦੀ ਰਾਵਣ ਵੱਲ ਦੇਖੋ, ਜਿਹਦੇ ਦਰਵਾਜ਼ੇ ਅੱਗੇ ਹਾਥੀਆਂ ਦੀ ਸੈਨਾ ਸੀ, ਪਰ ਵਿਸਰ ਕੀ ਗਿਆ, ਮਿਟਣਾ ਵਿਸਰ ਗਿਆ। ਬਾਬਾ ਫਰੀਦ ਸਾਹਿਬ ਕਹਿੰਦੇ ਆ ਨਾ, ਦਰਿਆਵੇ ਕੰਨੇ ਬਗਲਾ ਬੈਠਾ ਕੇਲ। ਦਰਿਆ ਦੇ ਕੰਢੇ ਤੇ ਅਸੀਂ ਸਾਰੇ ਬੈਠੇ ਹੋਏ ਤੇ ਸਾਰੀ ਚੋਜ ਕਰ ਰਹੇ ਆ, ਤੁਹਾਡੇ 'ਚ ਅਸੀਂ ਵੀ ਆ ਰਹੇ ਹਾਂ। ਸਾਰੀ ਚੋਜ ਹੀ ਹੈ ਨਾ। ਅੱਖੀ ਵੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਿਆ ਕੰਨ ਸੁਣ ਰੋਵਣ ਤੇ ਹਾਸੇ, ਨੱਕ ਨ ਰੱਜਾ ਵਾਸ ਲੈ ਦੁਰਗੰਧ ਸਵਾਸੇ, ਸਾਦੀ ਜੀਵ ਨ ਰੱਜੀਆਂ ਕਰ ਭੋਗ ਵਿਲਾਸੇ, ਨੱਕ ਨ ਰੱਜਾ ਵਾਸ ਲੈ ਦੁਰਗੰਧ ਸਵਾਸੇ, ਰੱਜ ਨਾ ਕੋਈ ਜੀਵਿਆ ਕੂੜੈ ਪ੍ਰਵਾਸੇ। ਅਸੀਂ ਸਾਰੇ ਰੰਗ ਤਮਾਸ਼ਿਆਂ 'ਚ ਉਲਝੇ ਪਏ ਆ, ਪਰ ਮਿਟਣਾ ਭੁੱਲ ਗਿਆ। ਤੇ ਫਰੀਦ ਸਾਹਿਬ ਕਹਿੰਦੇ ਦੇਖ ਦਰਿਆਵੇ ਕੰਨੇ ਬਗਲਾ, ਦਰਿਆ ਤੇ ਬਗਲਾ ਬੈਠਾ ਚੋਜ ਕਰਦਾ। ਹੁਣ ਵਿਸਰਿਆ ਕੀ, ਮੌਤ। ਤੇ ਮੌਤ ਕਿੱਥੇ ਸੀ, ਇਹਦੇ ਉੱਪਰ ਖਲੋਤੀ ਹੋਈ ਸੀ। ਮੈਂ ਤੇ ਜਦੋਂ ਸ਼ਿਵਜੀ ਮਹਾਰਾਜ ਨੂੰ ਵੀ ਦੇਖਣਾ ਤੇ ਮੈਨੂੰ ਇੱਕ ਗੱਲ ਚਿੱਤੇ ਆਉਂਦੀ ਹੈ, ਉਹਨਾਂ ਦਾ ਪਹਿਰਾਵਾ ਪਾਉਣਾ ਵੀ। ਇੱਧਰ ਕਿਤੇ ਜਾਈਏ ਨਾ, ਇੱਧਰ ਪ੍ਰੋਗਰਾਮ ਤੇ ਹਿਮਾਚਲ 'ਚ ਜਾਂ ਪਠਾਨਕੋਟ ਏਰੀਆ, ਇੱਧਰ ਤੁਹਾਨੂੰ ਸ਼ਮਸ਼ਾਨ ਭੂਮੀ 'ਚ ਜ਼ਿਆਦਾਤਰ ਸ਼ਿਵਜੀ ਮਹਾਰਾਜ ਦੀ ਫੋਟੋ ਸ਼ਮਸ਼ਾਨ 'ਚ ਨਜ਼ਰ ਆਵੇਗੀ। ਬੜਾ ਵੱਡਾ ਪੈਗਾਮ ਸੀ ਦੇਵਤੇ ਦਾ ਕਿ ਗਲ ਵਿੱਚ ਸੱਪ ਦੀ ਮਾਲਾ, ਤੇਰਾ ਮੜੀਆਂ ਵਿੱਚ ਤੇ ਸਰੀਰ ਤੇ ਸਵਾ, ਤੇ ਗਲ ਵਿੱਚ ਹੱਡੀਆਂ। ਬੜਾ ਤਰੀਕਾ ਹੈ ਸਮਝਾਉਣ ਦਾ, ਬੜਾ ਤਰੀਕੇ ਨਾਲ ਗਿਆਨ ਦਿੱਤਾ ਉਸ ਦੇਵਤੇ ਨੇ। ਦੇਖੋ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਕਾਲ ਬਿਆਰ ਜੋ ਪਰਿਓ ਡੋਲੇ, ਮੁੱਖ ਪਸਾਰੇ ਮੀਤ। ਕਹਿੰਦੇ ਮੌਤ ਦਾ ਫਨੀਅਰ ਨਾਗ ਮੂੰਹ ਅੱਡ ਕੇ ਖਲੋਤਾ ਹੋਇਆ ਹੈ। ਆਜ ਕਾਲ ਫੁਨ ਫੁਨ ਨਾਸ ਤੋਹੇ ਗਰਸ ਹੈ। ਕਹਿੰਦੇ ਜਿਹੜਾ ਫਨੀਅਰ ਨਾਗ ਤੇਰੇ ਗਲ ਵਿੱਚ ਪਿਆ ਹੋਇਆ ਹੈ ਨਾ, ਇਹਦਾ ਮੂੰਹ ਅੱਡਿਆ। ਬਸ ਜਿਸ ਦਿਨ ਹੁਕਮ ਹੋ ਗਿਆ ਇਹਨੇ ਡੰਗ ਮਾਰਨਾ ਤੇ ਘਰ ਵਾਲਿਆਂ ਨੇ ਮੜੀਆਂ 'ਚ ਲੈ ਕੇ ਆ ਜਾਣਾ, ਤੇ ਕੁਝ ਸਮੇਂ ਦੇ ਬਾਅਦ ਜਿਹੜੇ ਸਰੀਰ ਦਾ ਤੂੰ ਮਾਣ ਕਰਦਾ, ਇਹਨੇ ਨਾਨਕ ਢੇਰੀ, ਇਹਨੇ ਮਿੱਟੀ ਹੋ ਜਾਣਾ। ਤੇ ਜਿਹੜੀਆਂ ਹੱਡੀਆਂ ਦਾ ਤੂੰ ਮਾਣ ਕਰਦਿਆਂ, ਦੇਖ ਲੈ ਮੈਂ ਗਲ ਵਿੱਚ ਪਾ ਕੇ ਬੈਠਾ, ਕਿਉਂਕਿ ਤੈਨੂੰ ਮੌਤ ਭੁੱਲ ਚੁੱਕੀ ਹੈ ਕਿ ਇੱਕ ਦਿਨ ਸਰੀਰ ਨੇ ਹੱਡੀਆਂ ਦੀ ਮੁੱਠ ਬਣ ਜਾਣਾ। ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ, ਕੇਲ ਕਰਿੰਦੇ ਹੰਝਨੋਂ ਨਈਆਂ ਤੇ ਗੰਗਾ। ਇਹ ਥੋੜੇ ਕਠਨ ਸ਼ਬਦ ਨੇ ਗੁਰਬਾਣੀ ਦੇ ਅੰਦਰ, ਇਹ ਧਿਆਨ 'ਚ ਰੱਖਣੇ ਨੇ। ਕਹਿੰਦੇ ਬਾਜ ਪਏ ਤਿਸ ਰੱਬ ਦੇ। ਹੁਣ ਬਗਲੇ ਉੱਪਰ ਕੀ ਸੀ, ਮੌਤ ਰੂਪੀ ਬਾਜ ਫਿਰ ਰਿਹਾ ਸੀ, ਤੇ ਬਾਜ ਦੇ ਉੱਪਰ ਵੀ ਮੌਤ ਉੱਡ ਰਹੀ ਸੀ। ਬਾਜ ਪਏ ਤਿਸ ਰੱਬ ਦੇ, ਕੇਲਾਂ ਵਿਸਰੀਆਂ। ਕਹਿੰਦੇ ਬਾਜ ਨੂੰ ਪਤਾ ਹੀ ਨਹੀਂ ਕਿ ਮੇਰੇ ਉੱਪਰ ਵੀ ਮੌਤ ਹੈ, ਕਿਉਂਕਿ ਮੈਂ ਤੇ ਕੇਵਲ ਬਗਲੇ ਨੂੰ ਦਬੋਚਣਾ ਹੈ। ਬਗਲੇ ਨੂੰ ਇਸ ਗੱਲ ਦਾ ਯਕੀਨ ਹੈ ਕਿ ਮੈਂ ਮੱਛੀ ਨੂੰ ਦਬੋਚਣਾ ਹੈ, ਕਿਉਂਕਿ ਮੇਰੇ ਉੱਪਰ ਮੌਤ ਨਹੀਂ। ਬਾਬਾ ਫਰੀਦ ਸਾਹਿਬ ਕਹਿੰਦੇ ਬਸ ਇਸੇ ਭੁਲੇਖੇ 'ਚ ਰਹਿ ਕੇ ਸਮਾਂ ਗਵਾ ਦਿੱਤਾ ਕਿ ਅੱਜ ਮਾਂ ਗਈ ਹੈ, ਅਜੇ ਸਾਡੀ ਵਾਰੀ ਕੀ ਪਤਾ ਕਦੋਂ ਆਉਣੀ ਹੈ। ਬਸ ਇੱਕ ਗੱਲ ਯਾਦ ਰੱਖਣੀ ਹੈ, ਜਿਸ ਤਰ੍ਹਾਂ ਮਾਂ ਦੀ ਫੋਟੋ ਅੱਜ ਨਜ਼ਰ ਆ ਰਹੀ, ਯਾਦ ਰੱਖੀ ਤੇਰਾ ਵੀ ਫਰੇਮ ਪਰਮਾਤਮਾ ਨੇ ਇਦਾਂ ਹੀ ਬਣਾਇਆ ਹੋਇਆ। ਅੱਜ ਕਿਸੇ ਦਾ ਅਖੰਡ ਪਾਠ ਕਰ ਰਹੇ ਆ, ਅਖੰਡ ਪਾਠ ਸਾਹਿਬ ਸੁਣ ਰਹੇ ਆ, ਕੀਰਤਨ ਕਰ ਰਹੇ ਆ, ਕਥਾ ਕਰ ਰਹੇ ਆ, ਕਰਦਿਆਂ ਇੱਕ ਗੱਲ ਚੇਤੇ ਆ ਜੇ, ਉਹ ਮਣਾ ਕਿਤੇ ਮਾਣ ਨਾ ਕਰੀ, ਕੱਲ ਤੇ ਤੂੰ ਵੀ ਇਸੇ ਹੀ ਲਾਈਨ 'ਚ ਖਲੋਤਾ, ਕੱਲ ਤੇਰਾ ਵੀ ਕੀਰਤਨ ਕਿਸੇ ਨੇ ਇਦਾਂ ਹੀ ਕਰਦੇ ਹੋਣਾ। ਜੋ ਮਨ ਚੇਤਨਾ ਚੇਤੇ ਸ। ਹੁਣ ਯਾਦ ਕੀ ਨਹੀਂ, ਮਰਨ ਨਾ ਮੂਰਤ ਪੁੱਛਿਆ, ਮੌਤ ਹੀ ਨਹੀਂ ਨਾ ਯਾਦ। ਚਲੋ ਸਾਖ ਸੰਬੰਧ ਭਾਵੇਂ ਸਾਡੇ ਬੜੇ ਨੇ, ਬੜੇ ਜ਼ਿਆਦਾ ਨੇ, ਪਰ ਜੇ ਲਸ਼ਕਰ ਵੀ ਦੇਖੀ ਉਸ ਰਾਵਣ ਵਰਗਿਆਂ ਦਾ, ਤੇ ਜਿਹਦਾ 1 ਲੱਖ ਪੁੱਤਰ ਹੈ, 1.25 ਲੱਖ ਪੋਤਰਾ ਵੈ,
ਤੇ ਸਿਕੰਦਰ ਜਦੋਂ ਯੂਨਾਨ ਤੋਂ ਨਿਕਲਦਾ ਸੀ ਨਾ, ਜਿਹਦਾ ਪਹਿਲਾ ਨਾਂ ਥੀਨ ਤੇ ਹੁਣ ਜਿਸ ਦੇਸ਼ ਦਾ ਨਾਂ ਗਰੀਸ ਹੈ, ਉਹ ਜਦੋਂ ਨਿਕਲਦਾ ਸੀ, ਹਿਟਲਰ ਵਰਗੇ ਇਹ ਜਰਮਨ ਦਾ ਬਾਦਸ਼ਾਹ ਤੇ ਸਹੁਰੇ ਇਹਦੇ ਜਾਪਾਨ ਸੀ। ਚਲੋ ਇਹਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਫਿਰ ਖਤਮ ਕਰ ਲਈ ਸੀ। ਹਿਟਲਰ ਜਦੋਂ ਨਿਕਲਦਾ ਸੀ, ਮੌਕਸਾ ਤੁੰਗ ਜਦੋਂ ਨਿਕਲਦਾ ਸੀ ਨਾ ਘਰ ਤੋਂ, ਤਾਂ ਉਹਦਾ ਫਤਵਾ ਭਲਾ ਕੀ ਹੁੰਦਾ ਸੀ ਕਿ ਜਿੱਧਰ ਮੇਰੇ ਘੋੜੇ ਨੇ ਜਾਣਾ, ਮੇਰਾ ਘੋੜਾ ਜ਼ਮੀਨ ਤੇ ਨਾ ਤੁਰੇ, ਮੇਰੇ ਘੋੜੇ ਦੇ ਪੈਰ ਲਾਸ਼ਾਂ ਉੱਤੇ ਤੁਰਨੇ ਚਾਹੀਦੇ ਹੈ। ਇਹ ਬਾਦਸ਼ਾਹ ਸੀ ਲਸ਼ਕਰ ਸਣੇ ਦਮਾਮਿਆਂ ਛੁੱਟੇ ਬੰਕ ਦੁਆਰ। ਕਹਿੰਦੇ ਉਹਨਾਂ ਨੂੰ ਦੇਖੋ ਲੱਖ ਲਸ਼ਕਰ ਲੱਖ ਨੇਜੇ ਵਾਜੇ ਨਿਤ ਉੱਠ ਕਰੇ ਸਲਾਮ। ਕਹਿੰਦੇ ਕਦੀ ਉਹਨਾਂ ਨੂੰ ਝਾਤੀ ਮਾਰਿਓ, ਜਦੋਂ ਸਿਕੰਦਰ ਬਾਦਸ਼ਾਹ ਉੱਠਦਾ ਸੀ ਤੇ ਉੱਠਦਿਆਂ ਸਾਰ ਉਹਦੀ ਜੈ ਜੈਕਾਰ ਦੇ ਹੁੱਕੇ ਲੱਗ ਜਾਂਦੇ ਸੀ। ਸਿਕੰਦਰ ਜੈ ਆਜ਼ਮ, ਸਿਕੰਦਰ ਰਹਿਣ ਵਾਲਾ ਹੈ, ਬਾਕੀ ਸਭ ਕੁਝ ਮਿਟ ਜਾਣਾ। ਜਿਸ ਦਿਨ ਟਾਈਫਾਇਡ ਮਲੇਰੀਆ ਘੇਰਦਾ, ਵੈਦਾਂ ਨੂੰ ਆਖਦਾ ਮੇਰਾ ਇਲਾਜ ਕਰੋ, ਵੈਦ ਹੱਥ ਖੜੇ ਕਰਦੇ ਨੇ। ਉਸ ਸਮੇਂ ਫਿਰ ਕਬੀਰ ਸਾਹਿਬ ਨੇ ਇੱਕ ਵਾਰੀ ਸਾਰੇ ਯਾਦ ਕਰ ਲਿਓ, ਕਬੀਰ ਬੈਦ ਕਹੈ ਹਉ ਹੀ ਭਲਾ ਦਾਰੂ ਮੇਰਾ ਵਸ, ਇਹ ਤੋਂ ਅਵਸਥ ਗੋਪਾਲ ਕੀ ਜਬ ਭਾਵੈ ਲੈ ਖਸ। ਕਹਿੰਦੇ ਯਾਦ ਕਰ ਲਿਓ, ਡਾਕਟਰਾਂ ਨੇ ਵੈਦਾਂ ਨੇ ਹੱਥ ਖੜੇ ਕਰ ਦਿੱਤੇ। ਸਿਕੰਦਰ ਬਾਦਸ਼ਾਹ ਅੱਜ ਸਾਡੀ ਵੀ ਪੇਸ਼ ਨਹੀਂ ਚੱਲਣੀ। ਫਿਰ ਕਹਿੰਦਾ ਇੱਕ ਕੰਮ ਕਰਿਓ, ਇੱਕ ਕਫਨ ਤੋਂ ਪੈਰ, ਇੱਕ ਹੱਥ ਤੇ ਇੱਕ ਜਿਹੜੇ ਰਾਹ ਮੈਨੂੰ ਕਬਰਿਸਤਾਨ ਵੱਲ ਖੜਨਾ ਹੈ ਨਾ, ਉਸ ਸਥਾਨ ਵਿੱਚ ਰਾਹ 'ਚ ਮਾਇਆ ਖਿਲਾਰ ਦਿਓ। 3 ਕੰਮ ਇਹਨੇ ਕਹੇ ਸੀ। ਸਿਕੰਦਰ ਦੀ ਮੈਂ ਜੀਵਨੀ ਪੜ੍ਹੀ। ਇੱਕ ਕਫਨ ਤੋਂ ਪੈਰ ਬਾਹਰ ਰੱਖਣੇ ਨੇ, ਇੱਕ ਹੱਥ ਰੱਖਣੇ ਨੇ, ਇੱਕ ਜਿਹੜੇ ਰਾਹ ਮੇਰਾ ਜਨਾਜ਼ਾ ਖੜਨਾ, ਕਬਰਿਸਤਾਨ ਦਫਨ ਕਰਨਾ ਮੈਂ, ਉਸ ਸਾਰੇ ਰਾਹ ਵਿੱਚ ਮਾਇਆ ਮੋਹਰਾਂ ਸੋਨੇ ਦੀਆਂ ਸ਼ਰਫੀਆਂ ਖਿਲਾਰ ਦਿਓ। ਅਹਿਲਕਾਰ ਆਖਣ ਲੱਗੇ ਬਾਦਸ਼ਾਹ ਕਿਉਂ, ਇਹ ਗੱਲ ਕਿਉਂ ਆਖ ਰਹੇ ਹੈ? ਕਹਿੰਦੇ ਦੁਨੀਆ ਨੂੰ ਪਤਾ ਲੱਗੇ ਜਿਨ੍ਹਾਂ ਪੈਰਾਂ ਨਾਲ ਮੈਂ ਚੱਲ ਕੇ ਦੁਨੀਆ ਫਤਿਹ ਕਰ ਲਈ ਹੈ। ਅੱਜ ਦੇਖ ਲੋ ਕਬੀਰ ਇਹ ਤਨ ਜਾਏਗਾ, ਸਕੋ ਤਾਂ ਲਿਓ ਬਹੋਰ, ਨਾਂਗੇ ਪਾਵੋਂ ਤੇ ਗਏ ਜਿਨਕੇ ਲੱਖ ਕਰੋੜ। ਅੱਜ ਦੇਖ ਲੋ ਕਰੋੜਾਂ ਹੁੰਦਿਆਂ ਵੀ ਸਿਕੰਦਰ ਬਾਦਸ਼ਾਹ ਨੰਗੇ ਪੈਰੀਂ ਜਾ ਰਿਹਾ ਹੈ। ਹੱਥ ਇਸ ਕਰਕੇ ਕਫਨ ਤੋਂ ਬਾਹਰ ਕੱਢਿਓ, ਇਹਨਾਂ ਹੱਥਾਂ ਨਾਲ ਮੈਂ ਕਈ ਬੇਗੁਨਾਹਾਂ ਨੂੰ ਮਾਰਿਆ, ਮੌਤ ਦੇ ਘਾਟ ਉਤਾਰਿਆ। ਅੱਜ ਦੇਖ ਲਓ ਅੱਜ ਹੱਥ ਵੀ ਕੰਮ ਨਹੀਂ ਕਰਦੇ ਨੇ। ਤੇ ਮਾਇਆ ਇਸ ਕਰਕੇ ਖਿਲਾਰ ਦਿਓ ਦੁਨੀਆ ਨੂੰ ਪਤਾ ਲੱਗੇ, ਇਸ ਮਾਇਆ ਦੀ ਖਾਤਰ ਮੈਂ ਆਪਣਾ ਜੀਵਨ ਹੀ ਵਿਅਰਥ ਕਰ ਲਿਆ। ਕਹਿੰਦੇ ਮਿਟ ਜਾਣਾ, ਮਰਨ ਨਾ ਮੂਰਤ। ਪੁੱਛਿਆ ਲੱਖਾਂ ਹੀ ਲਸ਼ਕਰ ਸੀ, ਲੱਖਾਂ ਹੀ ਨੇਜੇ ਵਾਜੇ ਸੀ, ਉਹਨਾਂ ਨੂੰ ਸਲਾਮਾਂ ਹੁੰਦੀਆਂ ਸੀ, ਪਰ ਵਿਸਰ ਕੀ ਗਿਆ? ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚੇਤਨ ਨਾ ਚੇਤੇ ਸਨ ਸੋ ਗਾਲੀ। ਜਿੱਦਣ ਮੌਤ ਆਉਣੀ ਉਹਨੇ ਕੋਈ ਮੁਹੂਰਤ ਨਹੀਂ ਕੱਢਣਾ ਹੈ। ਉਹਨੇ ਇਹ ਨਹੀਂ ਦੇਖਣਾ ਕਿ ਕਾਂ ਦਸੀ ਨੂੰ ਮੰਨਦਾ, ਕਿ ਦੁਆਂ ਦਸੀ ਨੂੰ ਮੰਨਦਾ, ਕਿ ਤਰੋਂ ਦਸੀ ਨੂੰ ਮੰਨਦਾ, ਕਿ ਚੌਂ ਦਸੀ ਨੂੰ ਮੰਨਦਾ, ਕਿ ਮੱਸਿਆ ਦਾ ਵਰਤ ਰੱਖਦਾ, ਕਿ ਪੁੰਨਿਆਂ ਦਾ ਵਰਤ ਰੱਖਦਾ। ਬਸ ਜਿਸ ਦਿਨ ਉਹਨੇ ਮਟਾਉਣਾ, ਬਸ ਉਸਨੇ ਤੇ ਦੇਖਣਾ ਇਹਦੇ ਸਿਰ ਰੂਪੀ ਸਵਾਸਾਂ ਦੀ ਪੂੰਜੀ ਹੁਣ ਇਸ ਸਮੇਂ ਖਤਮ ਹੋ ਚੁੱਕੀ ਹੈ। ਇਹਦੀ ਜੀਵਨ ਯਾਤਰਾ ਹੁਣ ਇਸ ਸਮੇਂ ਬਿਲਕੁਲ ਸਮਾਪਤ ਹੈ। ਤੇ ਜਿਸ ਦਿਨ ਜੀਵਨ ਯਾਤਰਾ ਖਤਮ ਹੋ ਗਈ ਤੇ ਗੁਰੂ ਸਾਹਿਬ ਕਹਿੰਦੇ ਤੇਰੇ ਸਰੀਰ ਤੇ ਮੋਹਰ ਕੀ ਲੱਗਣੀ? ਇਹ ਪ੍ਰਾਣੀ ਮਰ ਚੁੱਕਾ ਹੈ। ਚਲੋ ਅਸੀਂ ਲਾ ਤੇ ਦਿੰਨੇ ਆ ਮੋਰ, ਪੂਰਾ ਹੋ ਗਿਆ ਜੀ, ਬੰਦਾ ਪੂਰਾ ਹੋ ਗਿਆ। ਪੂਰਾ ਹੋਇਆ ਹੀ ਨਾ, ਅਧੂਰਾ ਹੀ ਜਨਮਿਆ ਸੀ, ਅਧੂਰਾ ਹੀ ਚਲਿਆ ਗਿਆ। ਪੂਰਾ ਭਲਾ ਕੌਣ ਹੈ? ਪੂਰਾ ਪ੍ਰਭ ਅਰਾਧਿਆ, ਪੂਰਾ ਜਾਂਕਾ ਨਾਉ ਨਾਨਕ ਪੂਰਾ ਪਾਇਆ, ਪੂਰੇ ਕੇ ਉਹ ਪੂਰੇ ਸੀ। ਅਸੀਂ ਤੇ ਜਨਮ ਲਿਆ ਤੇ ਬਸ ਮਰ ਜਾਣਾ ਹੈ। ਅੱਜ ਜਨਮ ਹੈ ਫਿਰ ਮਰ ਜਾਵਾਂਗੇ। ਬਸ ਇਸੇ ਖੇਡ ਵਿੱਚ ਸਾਡਾ ਸਾਰਾ ਹੀ ਸਮਾਂ ਲੰਘਦਾ ਜਾਣਾ। ਇਸੇ ਹੀ ਖੇਡ ਵਿੱਚ ਧਰਤੀ ਤੇ ਬਸ ਆਈ ਜਾਣਾ, ਜਾਈ ਜਾਣਾ। ਕਈ ਵਾਰ ਮਾਂ, ਕਈ ਵਾਰ ਪਿਤਾ, ਇੱਦਾਂ ਹੀ ਮਿਲਦੇ ਜਾਣੇ ਨੇ। ਇਸ ਕਰਕੇ ਗੁਰਬਾਣੀ ਨੇ ਕਿਹਾ ਮਨੁੱਖ ਸੁਚੇਤ ਹੋ, ਯਾਦ ਰੱਖ, ਕਿਉਂਕਿ ਤਨ ਦੇ ਮਿਟਣ ਤੋਂ ਪਹਿਲਾਂ ਪਹਿਲਾਂ ਉਸ ਪਰਮਾਤਮਾ ਨਾਲ ਜੁੜ, ਕਿਉਂਕਿ ਉਹਦੀ ਵਸਤੂ ਹੈ। ਤੇ ਵਸਤੂ ਕੀ? ਫਿਰ ਉੱਥੇ ਆ ਜੋ ਦਿਮਾਗ ਨੂੰ ਲਿਆਇਓ, ਜਿਸ ਕੀ ਵਸਤ ਸੋਈ ਲੈ ਜਾਏਗਾ, ਰੋਜ਼ ਕਿਸੇ ਸਿਉ ਕੀਜੈ, ਨਾਂਗੇ ਆਵਨਾ ਨਾਂਗੇ ਜਾਣਾ, ਹਰ ਹੁਕਮ ਪਾਇਆ ਕਿਆ ਕੀਜੈ, ਗੁਰਮੁਖ ਹੋਵੇ ਸੋ ਭਾਣਾ। ਹੁਣ ਗੁਰਮੁਖ ਬਣਾਂਗੇ ਤੇ ਭਾਣਾ ਮੰਨਿਆ ਜਾਏਗਾ। 3 ਚੀਜ਼ਾਂ ਕਠਨ ਨੇ, ਇੱਕ ਭਾਣਾ, ਇੱਕ ਹੁਕਮ, ਇੱਕ ਰਜਾ। ਜਿਸ ਦਿਨ ਰਜਾ ਤੇ ਚੱਲਾਂਗੇ ਹੁਕਮ ਦੀ ਪਹਿਚਾਣ ਹੋਏਗੀ, ਜਿਸ ਦਿਨ ਹੁਕਮ ਤੇ ਚੱਲਾਂਗੇ ਉਦਣ ਭਾਣਾ ਮਿੱਠਾ ਲੱਗੇਗਾ। ਫਰਕ ਇਤਨਾ ਕਿ ਨਾ ਰਜਾ ਤੇ ਤੁਰ ਸਕਦੇ ਆ ਤੇ ਨਾ ਉਹਦਾ ਭਾਣਾ ਮੰਨ ਸਕਦੇ ਆ ਤੇ ਨਾ ਉਹਦਾ ਹੁਕਮ ਸਮਝ ਸਕਦੇ ਆ। ਤੇ ਜਿਸ ਦਿਨ ਸਮਝ ਲਿਆ ਫਿਰ ਤੱਤੀ ਤਵੀ ਤੇ ਬੈਠ ਕੇ ਵੀ ਕਿਹਾ ਸੀ ਤੇਰਾ ਕੀਆ ਮਿੱਠਾ ਲੱਗੇ।
कि वाहिगुरु ये तेरी रजा है, तेरा भाना है, बस मिट जाना है। तो गुरु साहब कहते फिर याद रखी, मौत ने कोई मूर्त नहीं कढ़ना है। बस समा जिस दिन आ गया तेरे शरीर नूं उन्हें मिटा के रख देना है। साडी ये जीवन यात्रा है। तिन्ना प्यारियां भाइयां अगे दिता वल, जेड़े भरावां नाल प्यार करते हैं ना, घुट के गल वकड़ी लईदा, मोढे नाल लाईदा, थोड़ा जिहा सेंटीमीटर उपर आ जाए, कोई दुख आवे ना तो मोढे नाल लाईदा। ओही भरा जदों दुनिया तो जांदे ने ते उन्हां नूं मोढे ते रख लईदा है। फरीद साहब कहते थोड़ा ही फर्क पैंदा है, थोड़े सेंटीमीटर का। तेनू दुख आया तो तेरे अपने ने मोढे नाल लाया, जिस दिन तू दुनिया तो गया तो उन्हां ही तेरिया ने अपने मोढे ते रख लिया। कि हुण की करिए? बाबा फरीद साहब कहते फिर सारे चौंक च निकलो तो बाहर निकल के की देखो कि बंदा चलिया चौं जणिया दे कन। कहते हुण देखो मनुख जा रहा है, जा कौन रहा है? उहदे कर्मां दा रेख जा रहा है। कर्म केड़े? फरीदा अमल जे कीते दुनी विच दरगे आए कम, उहदा लेखा जोखा नाल नाल हो रहा है। तो फिर जिहड़ा सच दा लेखा है वह परमात्मा दी बंदगी दा मुजस्मा है। तो गुरबाणी ने तो मनुख नूं सुचेत किया है। अज मां दे विछोड़े ते बैठे आ गुरमुख। तो कदी बाबा फरीद साहब नूं देखिए ना, जदों बचपन सी ते मां ने कह देना फरीदा नमाज पढ़िया कर, समय की समाप्ति केवल 8-9 मिनट रह गए ने, कहते नमाज पढ़िया कर। फरीद साहब बच्चे सी, बचपन सी, कहते मां जे मैं नमाज पढ़ांगा तो खुदा की देगा? साडा भी सवाल हुंदा है ना, सुखनी साहब तादी करावांगे, अखंड पाठ साहब तादी करावांगे, जे आ वस्तु देगा। बच्चे का प्रश्न है कि मां खुदा की दिंदा है? सह सुभाए मां, क्योंकि मां की ममता हुंदी है तो मां ज़्यादातर बच्चे नूं सुधार भी सकती है तो विगाड़ भी सकती है। बेटा जे तू नमाज पढ़ेगा ना, खुदा बड़ा ही कुछ दिंदा है, भी सच है। जिहड़ा उन्होंने याद करदे नूं किसी चीज़ की घाट ही नहीं रहन दिंदा है। मां फिर किहड़ी नमाज पढ़ा? मां कहती फजर की पढ़ लै, जौहर की पढ़ लै, ईसा की पढ़ लै, मंगलीस जिहड़ी पंजां चों चित करदा पढ़ लै। अच्छा मां मैं हुण नमाज अमृत वेले शुरू करांगा, पर एक शर्त है, खुदा कुछ दे के जाएगा ना? हाँ बेटा खुदा जरूर कुछ दे के जाएगा, पर मेरी भी एक शर्त है कि मसला मैं विछाउणा है। मसला हुंदा जिहदे ते बैठ के नमाज पढ़ी दी है। हुण मां ने की करना? शक्कर की पुड़ी बनाउणी, गुड़ की पुड़ी बनाउणी, तो मसले दे हेठां रख देनी। पर नाल ही फरीद साहब नूं सचेत किया मां ने कि बेटा जदों नमाज मुकेगी उदों मसला चुकना, खुदा लाजमी कुछ देगा। हुण फरीद साहब ने इदां ही करना, चुकनी मसला चुकना, कदी शक्कर मिल जानी, कदी गुड़, भाव कुछ ना कुछ मिल जाना। हुण एक दिन मां के ख्याल तो चित्त चो ख्याल चलिया गया कि अज तो फरीद के मसले हेठा कुछ रखना, कुछ रखिया नहीं गया। खूह ते पानी भरदियां ख्याल आ गया, जे अज वो कुछ हेठा रखिया नहीं, फरीद ने उठना, नमाज पढ़नी है, मसला मोढे ते रखना, इनू कुछ मिलना नहीं, तो मां नू कहना मां तू झूठ मारदी सी, कदी तू आखदी फजर पढ़, कदी तू कहनी जौहर दी पढ़, पंजां चों कोई पढ़, मैं हुण पढ़न लगा तो बस इन्ने क दिन कुछ खाण वास्ते। फरीद साहब की मां ने घड़ा रखिया, तुर पई, काली काली तुरी आउंदी है। अज आउंदियां नूं फरीद साहब नमाज पढ़ चुके ने, मसला मोढे ते वजिया, अज खाण नूं कुछ नहीं मिलिया है। आउंदियां ही पुछिया फरीदा नमाज पढ़ ली? हाँ मां पढ़ ली। खुदा कुछ दे गया? अज है ही कुछ नहीं सी, अगे तो कदी शक्कर है, कदी खंड है, कुछ ना कुछ, अज तो कुछ भी नहीं है। खुदा कुछ नहीं दे के गया। फरीद साहब नहीं बोले। फिर पूछिया फरीदा खुदा अज कुछ नहीं दे के गया? फरीद साहब फिर नहीं बोले ने। मां समझ गई अज फरीद का दिल टुट गया, अज तो बाद इन्हें कोई नमाज नहीं पढ़नी है। आखन लगी बेटा अज तेरे खुदा नू बड़ी छेती सी, अज तेरे खुदा नू बड़ी काली सी, इस करके तेरी शक्कर वाली पुड़ी मैनू खूह ते फड़ा गया। आखो सतनाम
ते नाले इन्नी गल कह गया सी मेरे फरीद नूं कह दी कि अज खूह ते फड़ाई कल मसले हेठां मैं चेते नाल रख जावांगा। फरीद साहब मुस्करा के आखन लगे मां जिहड़ी एक शक्कर तू दिंदी सी ना खाण वास्ते वो ते जीव दा रस सी, उन्हें ते घड़ियां बाद कुड़तन विच आउणा मैं क्योंकि खिन में कौड़े होए गए जितड़े माया भोग। ये ते पदार्थ कुछ पल वास्ते साडी जीव दा रस ने बाद विच बेरसे ने। मां जेड़ा पदार्थ तू खाण वास्ते दिंदी सी वो ते बेरसा सी, पर तेरी कृपा नाल वो पदार्थ मिल गया, फरीद मुक जावेगा। फरीद दी आत्मा ने जेड़ा रस ले लिया वो रस कदी बेरसा ही नहीं होएगा। अगे तो जेड़ा तू रस दिनी है बेरसा वै, पर तेरी कृपा नाल अज तू शब्द मैं इस करके वरत्या है, पंजाबी दा ठेठ शब्द है। उर्दू विच आखदे ने तुम, अरबी विच आखदे ने अनंता, हिंदी विच आखदे ने तुसी। अजे मैं 4 अर्थ कीते ने, होर काफ़ी। इस करके पंजाबी शब्द जिहड़ा ये तू है। मां अज वो रस मिलिया केड़ा, राम रस पिया रे जे रस बिसर गए। रस दुनिया दे रस बेरसे हो जाने ने, पर मां अज तेरी कृपा नाल वो रस मिलिया जिहड़ा फरीद नूं बेरसा ही नहीं होण देवेगा। जिस दिन रस विच आ गए फिर समझ आ जाएगी कबीर इस तन ने मिटना है। फिर उन्हें थित नहीं देखनी है, वार नहीं देखना है, फिर तो उन्हें लै ही तुरना है गुरमुख। ते फिर जाना सबना नहीं है। ते गुरु साहब सानू सोठ राग दा पहला शब्द की आखदे ने, सबना मरना आया। जमकी अर्ध विश्राम पूरा विश्राम विछोड़ा सब नहा हाह पछेत्र लगे पूरा पढ़ना। कहते याद रखियो सबना ने मिट जाना जी। इस संसार तो सारिया ने मिट जाना, जिन्ने मर्जी संबंध कायम कर लिए इत्थे मुक जाने। नहीं ददसार पित पितामा पर पितामा सुजन कुटुंब सुत बाधव ना प्राता है। भाई साहब कहते नहीं ससुरार माता पर माता बिरत पर माता, मामू मामी मौसा मासी मासा मो बिकते आता है। कहते याद रखी भावे मामू मासी मासा ओ मौसा बिकत बखियाता है। कहते ये भी नाता नहीं, नहीं ससुरार सास ससरा सारो औ सारी, नहीं बिरती सर में जाचक ना दाता है। कहते एक तेरा नाता दातकियां नाल, एक तेरा नाता सौहरियां नाल, एक तेरा नाता नानकियां नाल, पर याद रखी असल नाता निभण वाला कोई नहीं है। असल नाता केड़ा? असन बसन तन धाम काहू मैं ना देखियो जैसा, गुर सिख साध संगत को नाता है। कहते असल नाता केड़ा? वो गुरु नानक दी संगत नाल है। ते आओ गुरु साहब सानू की उपदेश दिंदे ने, की साडे ते कृपा करदे ने। शब्द दियां खिलियां पंक्तियां पढ़ के समाप्ति करिए। आओ सारे जाने सरवण करिए। नानक तेरी शार की नानक तेरी शार की पी फिर होई शार, पुछी थित ना वार, पुछी थित ना वार, मरण न मूरत पुछे थित ना वार, पुछी थित ना वार, मरण न मूरत पुछे पुछी थित ना वार, पुछी थित ना सतगुरु जी कृपा जिन्ना समा हुक्म सी। साडी मां जी नूं हुक्म होया संसार ते रहन दा। देखो साडी सोच ही हुंदी है कि
ਇਸ ਸੰਸਾਰ ਵਿੱਚ ਰਹਿ ਕੇ ਆ ਕਰਮ ਕਰਾਂਗੇ ਦੱਸ ਰਹੇ ਸੀ ਸਾਡੇ ਵੀਰ ਜੀ। ਕੁਝ ਦਿਨਾਂ ਨੂੰ ਆਸਟ੍ਰੇਲੀਆ ਜਾਣਾ ਸੀ, ਪਰ ਗੁਰੂ ਸਾਹਿਬ ਨੇ ਇੱਕ ਬੜਾ ਸੋਹਣਾ ਨਿਰਣਾ ਦਿੱਤਾ ਹੈ ਬਿਲਾਵਲ ਰਾਗ ਅੰਦਰ। ਕਹਿੰਦੇ ਮੱਤਾ ਕਰੇ ਪੱਛਮ ਕੈ ਤਾਈ ਪੂਰਬ ਹੀ ਲੈ ਜਾਤ। ਸਾਡੀ ਸੋਚਣੀ, ਸਾਡਾ ਸੋਚਿਆ ਹੋਇਆ ਸਾਡੇ ਤੱਕ ਸੀਮਤ ਹੈ। ਜੋ ਹੋਣਾ ਉਹ ਵਾਹਿਗੁਰੂ ਨੇ ਕਰਨਾ ਹੈ। ਅਸੀਂ ਤੇ ਸੋਚ ਸਕਦੇ ਹਾਂ ਕਿ ਆਹ ਕੰਮ ਕਰਾਂਗੇ, ਪਰ ਹੋਵੇਗਾ ਉਹਦੀ ਰਜ਼ਾ ਵਿੱਚ। ਜਿਉਂ ਜਿਉਂ ਤੇਰਾ ਹੁਕਮ ਤਿਵੇਂ ਤਿਉਂ ਹੋਵਣਾ, ਜਹ ਜਹ ਰੱਖੇ ਆਪ ਤਹ ਜਾਏ ਖੜੋਵਣਾ। ਅੱਜ ਮਾਂ ਦਾ ਵਿਛੋੜਾ ਪਿਆ ਗੁਰਮੁਖੋ, ਬੜਾ ਡਾਢਾ ਦੁੱਖ ਹੁੰਦਾ। ਅੱਜ ਵੀ ਕਿਤੇ ਬਾਹਰ ਜਾਈਏ ਨਾ ਤੇ ਮਾਂ ਦੀ ਜਿਹੜੀ ਚਿਹਰੇ ਦੀ ਉਦਾਸੀ ਹੁੰਦੀ ਉਹ ਵੱਖਰੀ ਹੁੰਦੀ ਹੈ। ਸਾਰੇ ਜੀ ਖੁਸ਼ ਹੁੰਦੇ ਨੇ, ਪਰ ਮਾਂ ਦੇ ਚਿਹਰੇ ਦਾ ਰੰਗ ਉਦੋਂ ਹੀ ਉਤਰ ਜਾਂਦਾ ਜਦੋਂ ਦੱਸ ਦਈਏ ਨਾ ਕਿ ਅਸੀਂ ਪ੍ਰਦੇਸ਼ ਜਾ ਰਹੇ ਹਾਂ, ਸਵੇਰੇ ਚਲੇ ਜਾਣਾ। ਮਾਂ ਤੋਂ ਪ੍ਰਸ਼ਾਦਾ ਵੀ ਨਹੀਂ ਛਕਿਆ ਜਾਂਦਾ ਹੈ, ਕਿਉਂ ਮਮਤਾ ਹੈ ਨਾ ਇਹਦੇ ਅੰਦਰ, ਮੋਹ ਦੀ ਗੰਢ ਹੈ। 90% ਬੱਚੇ 'ਚ ਅੱਜ ਵੀ ਮਾਂ ਮੰਨੀ ਜਾਂਦੀ ਹੈ ਕਿ ਬੋਲ ਰਹੀ ਹੈ, ਪਰ ਅੱਜ ਡਾਢਾ ਦੁੱਖ ਹੈ ਗੁਰਮੁਖੋ। ਬੱਚਿਆਂ ਤੋਂ ਮਾਂ ਵਿਛੜੀ ਹੈ, ਇਹ ਮਾਪੇ ਕਿੱਥੇ ਲੱਭਦੇ ਨੇ? ਕਦਰ ਕਰੀਏ ਚਾਹੇ ਨਾ ਕਰੀਏ, ਫਿਰ ਵੀ ਇਹ ਕਨਸ਼ਾਵੇਂ ਬੂਟੇ ਸਾਨੂੰ ਨਹੀਂ ਲੱਭਦੇ ਨੇ ਗੁਰਮੁਖ। ਠੀਕ ਇਹਨਾਂ ਵਾਸਤੇ ਬਿਰਧ ਆਸ਼ਰਮ ਖੋਲ ਦਿੱਤੇ, ਹੋਰ ਕਈ ਕੁਝ ਕਰ ਦਿੱਤਾ ਕਿ ਸਾਨੂੰ ਰੱਖਣਾ ਨਾ ਪਏ, ਪਰ ਕਿੱਥੋਂ ਲੱਭਣੇ? ਹੁਣ ਅੱਜ ਮਾਂ ਚਲੀ ਗਈ ਹੈ, ਅੱਜ ਉਹਨਾਂ ਦੀਆਂ ਯਾਦਾਂ ਸਾਡੇ ਕੋਲ। ਜਿਵੇਂ ਪਹਿਲਾਂ ਜ਼ਿਕਰ ਕੀਤਾ, ਤਨ ਕਰਕੇ ਮਰ ਜਾਣਾ, ਆਤਮਾ ਕਰਕੇ ਸਦਾ ਅਮਰ ਰਹਿਣਾ। ਚੰਗੇ ਸੁਭਾਅ ਵਾਲੇ ਮਾਂ ਜੀ, ਇਤਨਾ ਸੁਭਾਅ ਚੰਗਾ ਸੀ। ਹੁਣ ਉਹਨਾਂ ਦੀਆਂ ਯਾਦਾਂ ਸਾਨੂੰ ਮੁੜ ਮੁੜ ਆਉਣੀਆਂ ਨੇ। ਉਹਨਾਂ ਦੀਆਂ ਜੋ ਵੇਖੋ, ਬੰਦਾ ਜਿਸ ਤਰ੍ਹਾਂ ਦੇ ਕਰਮ ਕਰਦਾ ਹੈ ਨਾ, ਉਹ ਉੱਦਾਂ ਦੀ ਰੂਪ ਰੇਖਾ ਉਹਦੀ ਛਾਪ ਬਣ ਜਾਂਦੀ ਹੈ। ਫਿਰ ਉਹਦੀ ਛਾਪ ਉਹ ਸਾਡੇ ਸਾਰੇ ਚੁਗਿਰਦੇ ਵਿੱਚ ਕੰਮ ਕਰਦੀ ਹੈ, ਤੇ ਜਦੋਂ ਕੰਮ ਕਰਦੀ ਆ ਉਹ ਫਿਰ ਸਾਨੂੰ ਯਾਦ ਵਿੱਚ ਰਹਿੰਦੀ ਹੈ ਗੁਰਮੁਖ। ਸੋ ਅੱਜ ਮਾਂ ਦਾ ਵਿਛੋੜਾ ਬੜਾ ਡਾਢਾ ਬੱਚਿਆਂ ਤੇ ਪਿਆ, ਪਰਿਵਾਰ ਤੇ ਪਿਆ ਹੈ। ਸੋ ਸਤਿਗੁਰੂ, ਮੇਰੇ ਸਤਿਗੁਰੂ ਜੀ ਕਿਰਪਾ ਕਰਨ। ਸੋ ਇਸ ਵਿਛੋੜੇ ਅੰਦਰ ਆਪ ਹੀ ਭਾਣਾ ਮੰਨਣ ਦਾ ਬਲ ਬਖਸ਼ਣ, ਆਪ ਹੀ ਸਤਿਗੁਰੂ ਜੀ ਰਹਿਮਤ ਕਰਨ। ਜਿੰਨਾ ਸਮਾਂ ਸੀ ਦਾਸਾਂ ਨੂੰ ਕਿ ਪਹੁੰਚਣਾ ਹੈ, ਜ਼ਰੂਰ ਆਉਣਾ ਹੈ। ਸੋ ਹੁਕਮ ਹੋਇਆ ਆਪ ਜੀਆਂ ਦੇ ਦਰਸ਼ਨ, ਗੁਰੂ ਸਾਹਿਬ ਦੇ ਦਰਸ਼ਨ, ਮਾਂ ਦੇ ਅੰਤਮ ਸਮੇਂ ਜੋ ਅੱਜ ਭੋਗ ਪਿਆ ਹੈ, ਉਸ ਸਮੇਂ ਸਾਰੀਆਂ ਸੰਗਤਾਂ ਅਸੀਂ ਇਕਾਗਰਤ ਹੋਏ ਹਾਂ। ਸੋ ਸਤਿਗੁਰੂ ਜੀ ਰਹਿਮਤ ਕਰਨ। ਕਿਸੇ ਦਾ ਦਿਲ ਦੁਖਿਆ ਹੋਏ ਮੈਂ ਮਾਫੀ ਮੰਗਦਾ ਹਾਂ। ਇਸ ਸਮੇਂ ਗੁਰਬਾਣੀ ਸੁਣਾਉਂਦਿਆਂ ਕੋਈ ਵਾਦ ਕਾਟ ਹੋ ਹੀ ਜਾਂਦੀ ਹੈ ਗੁਰਮੁਖੋ, ਇਸ ਕਰਕੇ ਕਿਸੇ ਦਾ ਦਿਲ ਦੁਖਿਆ ਹੋਏ ਮਾਫੀ ਦਿਓ। ਆਪ ਜੀ ਦਾ ਹੁਕਮ ਸੀ ਜੋ ਗਾਣਾ ਰਿਕਾਰਡਿੰਗ ਹੋਇਆ, ਇਹ ਮਾਂ ਪਿਓ ਦਾ ਇੱਕ ਗਾਣਾ ਰਿਕਾਰਡਿੰਗ ਹੋਇਆ ਸੀ ਪਿੱਛੇ ਜੀ, ਉਹ ਚੱਲ ਰਿਹਾ ਹੈ ਕਿ ਸੁਣਾਓ, ਪਰ ਹੁਣ ਸਮਾਂ ਸਾਡਾ ਸਮਾਪਤੀ ਹੈ। ਫਿਰ ਕਿਤੇ ਸਬੱਬ ਬਣੇਗਾ, ਕੋਈ ਗੱਲ ਨਹੀਂ ਤੇ ਤੁਸੀਂ ਸੁਣਿਓ, ਉੱਥੇ ਚੱਲ ਰਿਹਾ ਨੈੱਟ ਤੇ ਸਰਵਣ ਕਰ ਲਿਓ। ਕਰਨ ਮੇਰੇ ਸਤਿਗੁਰੂ ਰਹਿਮਤ। ਆਓ ਸ਼ਲੋਕ ਪੜ੍ਹੀਏ, ਕੀਰਤਨ ਦੀ ਸਮਾਪਤੀ ਅਗਲਾ ਪ੍ਰੋਗਰਾਮ ਬਾਬਾ ਜੀ ਦੱਸਣਗੇ। ਆਓ ਸਾਰੇ ਜਾਣੇ ਪੜ੍ਹਿਓ ਜੀ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤ, ਦਿਵਸ ਰਾਤ ਦੋਇ ਦਾਈ, ਦਾਇਆ ਖਿਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੈ। ਅਸਲ ਸਾਡੀ ਸ਼ਰਧਾਂਜਲੀ ਭਲਾ ਕੀ ਹੈ? ਮੈਂ ਤੇ ਹਰ ਸਟੇਜ ਤੇ ਕਹਿੰਦਾ ਮੇਰੀ ਤੇ ਰੋਜੀ ਰੋਟੀ ਹੈ। ਮੈਂ ਕੀਰਤਨ ਕਰਾਂਗਾ ਤੁਹਾਡੇ ਨਾਲ, ਮੈਂ ਮਾਇਆ ਪਹਿਲਾਂ ਕੀਤੀ ਕਿ ਇੰਨੇ 1000 ਰੁਪਈਆ ਲੈਣਾ, ਮੈਂ ਫਿਰ ਕੀਰਤਨ ਕਰਨਾ। ਮੈਂ ਜਦੋਂ ਬੁਕਿੰਗ ਕਰਦਾ ਮੈਂ ਪਹਿਲਾਂ ਦੱਸਦਾ ਵੀ ਇੰਨੇ 1000 ਦਓਗੇ ਤੇ ਕੀਰਤਨ, ਨਹੀਂ ਤੇ ਮੈਂ ਕੀਰਤਨ ਨਹੀਂ ਕਰਨਾ। ਪਰ ਜਿਹੜੇ ਮੈਨੂੰ ਫੋਨ ਕਰਦੇ ਉਹਨਾਂ ਨੂੰ ਪਤਾ ਮੈਂ ਜਿੰਨੀ ਕੁ ਭੇਟਾ ਮੰਗਦਾ, ਜ਼ਿਆਦਾਤਰ ਉਹ ਨੈੱਟ ਤੇ ਲੋਕੀ ਪਾਈ ਜਾਂਦੇ ਨੇ 20,000 ਮੰਗਦਾ, 31,000 ਰੁਪਈਆ ਮੰਗਦਾ। ਮੈਂ ਅੱਜ ਤੱਕ ਨਹੀਂ ਮੰਗੀ। ਅਮਾਲ ਸਾਹਿਬ ਵੀ ਬੈਠੇ ਨੇ, ਕਈ ਪ੍ਰੋਗਰਾਮਾਂ ਤੇ ਮਿਲਦੇ ਆ, ਅੱਜ ਤੱਕ ਨਹੀਂ ਮੈਂ ਕਦੀ ਕਿਸੇ ਨੂੰ ਕਿਹਾ। ਪਰ ਅਸਲ ਸ਼ਰਧਾਂਜਲੀ ਭਲਾ ਕਿਹੜੀ ਹੈ? ਅਸੀਂ ਸਾਰੇ ਹੀ ਪੜ੍ਹੀਏ। ਮੇਰਾ ਤੇ ਕੰਮ ਸੀ, ਮੈਂ ਕੀਰਤਨ ਕੀਤਾ, ਮਾਇਆ ਲਈ ਤੁਹਾਡੇ ਤੋਂ, ਮੈਂ ਹੁਣੇ ਨਿਕਲ ਜਾਣਾ, ਮੈਂ ਰਾਤ ਨੂੰ ਫਿਰ ਪ੍ਰੋਗਰਾਮ ਤੇ ਪਹੁੰਚ ਜਾਣਾ।
ਸਵੇਰੇ ਫੇਰ ਉਹ ਲੜੀਵਾਰ ਵੱਜੀ ਨੇ। ਸਾਡਾ ਤਾਂ ਰੋਟੀਆਂ ਕਾਰਨ ਪੂਰੇ ਤਾਲ ਵਾਲਾ ਸਿਸਟਮ ਹੈ। ਪਰ ਜਿੰਨੇ ਅਸੀਂ ਬੈਠੇ ਆ ਨਾ, ਅਸੀਂ ਇਹੋ ਹੀ ਬੇਨਤੀ ਕੀਤੀ ਨਾ ਕਿ ਮਹਾਰਾਜ ਤੇਰੇ ਚਰਨਾਂ 'ਚ ਸਾਰੀ ਸੰਗਤ ਅਰਦਾਸ ਕਰਾਂਗੇ। ਤੇ ਅਰਦਾਸ ਕੀ ਹੈ ਕਿ ਅਸੀਂ ਗੁਰਬਾਣੀ ਨੂੰ ਪੜ੍ਹ ਲਈਏ ਉਹਦੇ ਪ੍ਰਾਣੀ ਦੇ ਨਿਮਿਤ। ਕੋਈ ਸ਼ਲੋਕ ਬਹੁਤਾ ਕਠਿਨ ਨਹੀਂ ਹੈ ਕਿ ਜੀ ਇਹ ਬਾਣੀ ਸੰਸਕ੍ਰਿਤੀ ਹੈ, ਸਾਨੂੰ ਆਉਂਦੀ ਨਹੀਂ ਹੈ। ਉਹ ਜ਼ਿਆਦਾਤਰ ਤੇ ਸਾਨੂੰ ਇਸੇ ਡਰਾਉਣ 'ਚ ਲੱਗ ਦਿੱਤਾ ਹੈ ਕਿ ਆ ਬਾਣੀ ਤੁਹਾਨੂੰ ਆਉਣੀ ਨਹੀਂ। ਇਸ ਕਰਕੇ ਬਾਣੀ ਪੜ੍ਹੋਗੇ ਤੇ ਫਿਰ ਹੀ ਆਨੰਦ ਬਣੇਗਾ ਨਾ। ਸਾਰੇ ਪੜ੍ਹੋ। ਰਸਨਾ ਨੂੰ ਆਖਿਆ ਕਰੋ ਬੋਲ, ਪਤਾ ਨਹੀਂ ਇਹਨੇ ਕਦੋਂ ਸਾਥ ਛੱਡ ਜਾਣਾ। ਫਿਰ ਨਹੀਂ ਇਹਨੇ ਬੋਲਣਾ, ਫਿਰ ਕੰਨਾਂ ਨੇ ਨਹੀਂ ਸੁਣਨਾ, ਫਿਰ ਪੈਰਾਂ ਨੇ ਨਹੀਂ ਚੱਲਣਾ। ਜਹ ਪਾਏ ਕੇ ਦਰ ਕੁਸ਼ਤ ਗੁਜ਼ਸਤ ਆ ਜਵਾਨੇ ਕੇ ਜ਼ਿਕਰੇ ਮਨ ਕੁਨੰਦ। ਭਾਈ ਨੰਦ ਲਾਲ ਕਹਿੰਦੇ ਜਿਸ ਦਿਨ ਜ਼ਬਾਨ ਰੁਕ ਗਈ ਫਿਰ ਨਹੀਂ ਇਹਨੇ ਆਖਣਾ ਕਿ ਹੁਣ ਵਾਹਿਗੁਰੂ ਕਹਿ ਲਵਾਂ, ਫਿਰ ਨਹੀਂ ਜੇ ਕਹਿਣਾ। ਇਹ ਕੀ ਹੈ? ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ। ਪੜ੍ਹਿਆ ਕਰੋ, ਜਿੰਨੀ ਬਾਣੀ ਪੜ੍ਹੀ ਜਾਂਦੀ ਹੈ ਪੜ੍ਹੋ। ਸਹਿਜ ਪਾਠ ਰੱਖੋ, ਗੁਰਬਾਣੀ ਪੜ੍ਹੋ। ਆਓ ਸਾਰੇ ਪੜ੍ਹੋ ਜੀ। ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ। ਦਿਵਸ ਰਾਤ ਦੋਇ ਦਾਈ ਦਾਇਆ ਖਿਲ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ। ਕਰਮੀ ਆਪੋ ਆਪਣੀ ਕੇ ਨੇੜੇ ਕੇ। ਜਿਨੀ ਨਾਮ ਤੇ ਆਇਆ ਗਏ ਨਾਨਕ ਤੇ ਮੁਖ ਉਜਲੇ। ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਆਖ ਦਿਓ ਜੀ, ਵਾਹਿਗੁਰੂ ਜੀ ਕਾ ਖਾਲਸਾ